ਇਹ ਜਿਹੜਾ 40-50 दिन ਅਸੀਂ ਘਰਾਂ ਦੇ ਅੰਦਰ ਕੈਦ ਰਹੇ, ਇੱਕ ਬਹੁਤ ਵੱਡੀ ਪਾਠਸ਼ਾਲਾ ਸੀ। ਇੱਕ ਇਟ ਵਾਸ ਇੱਕ ਕਲਾਸਰੂਮ ਆਫ ਅ ਗॉड, ਇੱਕ ਇਸ ਰੱਬ ਦੀ ਪਾਠਸ਼ਾਲਾ ਸੀ ਕਿ ਜਿਹਦੇ ਵਿੱਚ ਸਾਨੂੰ ਸਿਖਾਉਣ ਲਈ ਬਿਠਾਇਆ ਗਿਆ ਸੀ ਕਿ ਹੇ ਮਨੁੱਖ, ਥੋੜਾ ਸੰਭਲ, ਥੋੜਾ ਜਾਣ ਕਿ ਇਸ ਧਰਤੀ ਦੇ ਉੱਤੇ ਹੋਰ ਵੀ ਬਹੁਤ ਸਾਰੇ ਬਸ਼ਰ ਬਸਦੇ ਹੈ, ਉਹਨਾਂ ਦਾ ਵੀ ਇਸ ਕਾਇਨਾਤ ਦੇ ਉੱਤੇ ਹੱਕ ਹੈ। ਸੋ ਕਿਰਪਾ ਕਰਕੇ ਇਸ ਨੂੰ ਅੰਡਰਸਟੈਂਡ ਕਰ ਔਰ ਆਪਣੇ ਕਾਰ ਵਿਹਾਰ ਨੂੰ ਬਦਲ, ਤਾਂ ਕਿ ਹਰ ਜੀਵ ਇਸ ਧਰਤੀ ਦੇ ਉੱਤੇ ਜਿਉ ਸਕੇ। ਸ਼ਾਇਦ ਉਹ ਮਹਾਮਾਰੀ ਦੇ ਰੂਪ ਦੇ ਵਿੱਚ ਉਹ ਰੱਬ ਸਾਡੇ ਕੋਲ ਆਇਆ ਹੈ, ਸਾਨੂੰ ਸਿਖਾਉਣ ਵਾਸਤੇ ਆਇਆ ਹੈ, ਤਾਂ ਕਿ ਅਸੀਂ ਸਿੱਖ ਕੇ ਆਪਣੇ ਵਿਵਹਾਰ ਨੂੰ ਬਦਲ ਸਕੀਏ ਔਰ ਵਿਵਹਾਰ ਨੂੰ ਬਦਲਣ ਤੋਂ ਬਾਅਦ ਇੱਕ ਐਸੀ ਦੁਨੀਆ ਦੇ ਵਿੱਚ ਆਈਏ ਜਿੱਥੇ ਹਰ ਕੋਈ ਖੁਸ਼ ਹੋਵੇ। ਸੋ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਐਜੂਕੇਸ਼ਨ ਦੇ ਨਾਲ ਸੰਬੰਧਿਤ ਹੈ। ਲੇਕਿਨ ਪਹਿਲਾਂ ਮੈਂ ਆਪਣੇ ਮਨੋਂ ਦੀ ਸਥਿਤੀ, ਆਪਣੇ ਮਨ ਦੀ ਸਥਿਤੀ, ਕਿਉਂਕਿ ਮੈਂ ਜੋ ਇਹ ਸਮਝਦਾ ਹਾਂ ਕਿ ਜਦੋਂ ਜਿਸ ਘਰ 'ਚ ਮੈਂ ਰਹਿਣਾ ਉਸ ਘਰ ਦੇ ਬਾਹਰ ਇੱਕ ਪੰਛੀ ਦਾ ਆਲਣਾ ਵੀ ਹੈ। ਕਦੇ ਕਦੇ ਮੈਂ ਆਪਣੇ ਘਰ ਨੂੰ ਉਸ ਪੰਛੀ ਦੇ ਆਲਣੇ ਦੇ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕਰਦਾ ਔਰ ਮੈਨੂੰ ਜੋ ਆਸ਼ਾਰ ਨਜ਼ਰ ਆਉਂਦੇ ਨੇ, ਜੋ ਮੈਨੂੰ ਮੇਰੇ ਸ਼ਬਦਾਂ ਦੇ ਵਿੱਚ ਮੈਂ ਜੋ ਬਿਆਨ ਕੀਤਾ ਕਿ ਪਹਿਲਾਂ ਛੋਟੀ ਜੀ ਕਵਿਤਾ ਦੇ ਨਾਲ ਅਸੀਂ ਉਹਦਾ ਆਰੰਭ ਕਰਾਂਗੇ, ਉਸ ਤੋਂ ਬਾਅਦ ਫਿਰ ਮੈਂ ਐਜੂਕੇਸ਼ਨ ਇਨ ਦਾ ਪੋਸਟ ਕੋਵਿਡ-19 ਸਿਨੈਰੀਓ ਦੀ ਤੁਹਾਡੇ ਨਾਲ ਵਿਸਤਾਰ ਤੱਕ ਗੱਲ ਕਰਾਂਗਾ। ਬਹੁਤ ਸਾਰੇ ਵਿਦਿਆਰਥੀਆਂ ਨੇ ਕੁਝ ਸਵਾਲ ਵੀ ਭੇਜੇ ਨੇ, ਉਹਨਾਂ ਸਵਾਲਾਂ ਦੇ ਜਵਾਬ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਮਾਧਿਅਮ ਦੇ ਰਾਹੀਂ ਤੁਹਾਨੂੰ ਦੇ ਸਕਾਂ ਔਰ ਉਹ ਤੁਹਾਨੂੰ ਸੰਤੁਸ਼ਟ ਕਰ ਸਕਾਂ। ਕੁਝ ਮੈਨੂੰ ਸਕਰੀਨ ਤੇ ਵੀ ਬਹੁਤ ਸਾਰੇ ਵਿਦਿਆਰਥੀਆਂ ਦੇ ਨਾਮ ਨਜ਼ਰ ਆ ਰਹੇ ਨੇ ਜਿਹੜੇ ਜੁੜਨਾ ਚਾਹੁੰਦੇ ਨੇ, ਜਿਹੜੇ ਸ਼ਾਇਦ ਲਾਈਵ ਹੋਣਾ ਚਾਹੁੰਦੇ ਨੇ ਔਰ ਆਪਣੇ ਸਵਾਲ ਪੁੱਛਣਾ ਚਾਹੁੰਦੇ ਨੇ। ਕੁਝ ਸਮੇਂ ਦੇ ਬਾਅਦ ਮੈਂ ਉਹਨਾਂ ਸਵਾਲਾਂ ਨੂੰ ਵੀ ਲਵਾਂਗਾ। ਲੇਕਿਨ ਸਭ ਤੋਂ ਪਹਿਲਾਂ ਇੱਕ ਆਪਣੇ ਘਰ ਦੇ ਬਾਹਰ ਜਿਹੜਾ ਇੱਕ ਪੰਛੀ ਦਾ ਆਲਣਾ ਬਣਿਆ ਹੋਇਆ ਔਰ ਇੱਕ ਮੇਰਾ ਘਰ ਜੋ ਕਿ ਮੇਰਾ ਆਲਣਾ ਹੈ, ਉਹਦੇ ਵਿੱਚ ਇੱਕ ਕੰਪੈਰੀਜ਼ਨ ਮੈਂ ਕੋਸ਼ਿਸ਼ ਕੀਤੀ ਹੈ ਕਰਨ ਦੀ, ਉਹ ਤੁਹਾਡੇ ਨਾਲ ਪਹਿਲਾਂ ਸਾਂਝੀ ਕਰਾਂਗਾ। ਉਸ ਤੋਂ ਬਾਅਦ ਐਜੂਕੇਸ਼ਨ ਇਨ ਦਾ ਪੋਸਟ ਕੋਵਿਡ-19 ਸਿਨੈਰੀਓ ਦੇ ਬਾਰੇ ਆਪਾਂ ਗੱਲ ਕਰਾਂਗੇ। ਦੋਸਤੋ, ਆਲਣੇ 'ਚ ਬੈਠਾ ਪੰਛੀ ਤੇ ਮੈਂ, ਮਸਤ ਤੇ ਬੇਪਰਵਾਹ, ਕਦੇ ਕਦੇ ਅਸੀਂ ਇੱਕੋ ਜਿਹੇ ਜਾਪਦੇ। ਆਲਣਾ ਜੋ ਉਸਨੇ ਮੇਰੇ ਘਰ ਦੇ ਬਾਹਰ ਲੋਹੇ ਦੇ ਫਰੇਮ 'ਚ ਟੰਗੀ ਨੇਮ ਪਲੇਟ ਦੇ ਉੱਪਰ ਬਣੇ ਕੁੱਪ 'ਚ ਬਣਾ ਰੱਖਿਆ ਹੈ। ਭੋਰ ਦੀ ਪਹਿਲੀ ਕਿਰਨ, ਪੰਛੀ ਆਲਣਾ ਛੱਡ ਬਾਹਰ ਆਉਂਦਾ, ਬਿਲਕੁਲ ਮੇਰੀ ਤਰ੍ਹਾਂ ਉੱਡ ਜਾਂਦਾ ਤਲਾਸ਼ ਵਿੱਚ, ਤਲਾਸ਼ ਢਿੱਡ ਨੂੰ ਭਰਨ ਦੀ, ਨਵੇਂ ਸਕੂਨ ਦੀ, ਇੱਕ ਨਵੀਂ ਉਡਾਨ ਦੀ ਜੋ ਨਿਰੰਤਰ ਜਾਰੀ ਰਹਿੰਦੀ। ਮੈਂ ਤੇ ਉਹਦੇ ਆਲਣੇ 'ਚ ਫਰਕ ਸਿਰਫ ਆਕਾਰ ਦਾ ਰਹਿੰਦਾ, ਮੇਰੇ ਤੇ ਉਹਦੇ ਆਲਣੇ 'ਚ ਫਰਕ ਸਿਰਫ ਆਕਾਰ ਦਾ ਰਹਿੰਦਾ, ਤਰਤੀਬ ਥੋੜੀ ਫਰਕ ਜਾਪਦੀ, ਬਾਕੀ ਤੀਲੀਆਂ ਵਾਂਗ ਇੱਕੋ ਜਿਹੇ ਜਾਪਦੇ। ਉਹ ਉੱਡਦਾ ਇਕੱਲਾ ਨਹੀਂ, ਮਿੱਤਰਾਂ ਦੀ ਡਾਰ ਦਾ ਹਿੱਸਾ ਬਣ ਉੱਡਦਾ। ਇੱਕ ਤਰਤੀਬ, ਇੱਕ ਲੌ, ਇੱਕ ਸਥਾਨ, ਇੱਕ ਸਾਰ ਵੱਡਾ ਸਰੂਪ ਲੈ ਲੈਂਦਾ। ਕੁਦਰਤ ਵੀ ਉਸ ਨੂੰ ਰਾਹ ਦਿੰਦੀ। ਮੈਂ ਵੀ ਆਪਣੇ ਆਲਣੇ 'ਚੋਂ ਰੋਜ਼ ਨਿਕਲਦਾ, ਤਲਾਸ਼ ਉਹਦੇ ਵਰਗੀ, ਪਰ ਬਿਨਾਂ ਡਾਰ, ਬੇਤਰਤੀਬ, ਸਥਾਨ ਜੋ ਨਿਸ਼ਚਿਤ ਨਹੀਂ, ਸਰੂਪ ਮੇਰੇ ਕੱਦ ਜਿੰਨਾ, ਕੁਦਰਤ ਮੈਥੋਂ ਡਰਦੀ। ਉਹਦੀ ਉਡਾਨ ਅੰਬਰ ਤੱਕ ਜਾਂਦੀ, ਨੀਲੀ ਛਤਰੀ ਦਾ ਹਿੱਸਾ ਬਣ ਨਵੇਂ ਆਕਾਰ ਬਣਾਉਂਦੀ, ਕੁਦਰਤ ਨੂੰ ਨਵੇਂ ਰੰਗ ਦਿੰਦੀ। ਮੈਂ ਵੀ ਉਹਦੇ ਵਾਂਗ ਉੱਡਣ ਦੀ ਕੋਸ਼ਿਸ਼ ਕਰਦਾ, ਮੇਰੇ ਤੇ ਉਹਦੀ ਉਡਾਨ 'ਚ ਫਰਕ ਰਹਿੰਦਾ, ਪਰ ਉਹ ਪਰਾਂ ਨਾਲ ਉੱਡਦਾ, ਮੰਜ਼ਿਲ ਤੇ ਪਹੁੰਚਦਾ। ਮੈਂ ਹਉਮੈ ਦੀ ਉਡਾਨ ਪਰ ਆਪਣੇ ਹੀ ਭਾਰ ਡਿੱਗਦਾ, ਆਪਣੀਆਂ ਹੀ ਨਜ਼ਰਾਂ ਤੋਂ ਉਹਦੇ ਆਲਣੇ 'ਚ ਵਾਪਸੀ, ਮਸਤ ਤੇ ਬੇਪਰਵਾਹ, ਬਿਨਾਂ ਕੋਈ ਸਮਾਨ, ਸ਼ਾਂਤ ਤੇ ਆਰਾਮ, ਡਰ ਤੋਂ ਅੱਡ ਹੋ ਕੇ ਵੀ, ਡਾਰ ਤੋਂ ਅੱਡ ਹੋ ਕੇ ਵੀ ਡਾਰ ਦਾ ਹਿੱਸਾ। ਮੈਂ ਫਿਕਰਾਂ ਦਾ ਭਾਰ ਚੁੱਕੀ, ਸਮਾਨ ਲੱਦੀ, ਥੱਕਿਆ ਟੁੱਟਿਆ, ਪੂਰੀ ਤਰ੍ਹਾਂ ਪਸਤ ਆਪਣੇ ਆਲਣੇ 'ਚ ਮੁੜਦਾ, ਉਸ ਦੇ ਆਲਣੇ 'ਚ ਨਜ਼ਰ ਪਾਉਂਦਾ, ਉਸ ਨੂੰ ਆਲਣੇ 'ਚ ਬੈਠਾ ਵੇਖ ਮਸਤ ਤੇ ਬੇਪਰਵਾਹ ਹੋ ਜਾਂਦਾ। ਅਸੀਂ ਫਿਰ ਇੱਕੋ ਜਿਹੇ ਜਾਪਦੇ। ਦੋਸਤੋ, ਮੇਰੇ ਘਰ ਦੇ ਆਲਣੇ 'ਚ ਮੇਰੇ ਲਈ ਪਿੰਜਰਾ ਬਣ ਗਏ ਨੇ, ਲੇਕਿਨ ਉਹਨਾਂ ਪੰਛੀਆਂ ਦੇ ਆਲਣੇ ਜੋ ਰੋਜ਼ ਉਡਾਰੀਆਂ ਮਾਰਦੇ ਨੇ, ਮਸਤ ਨੇ, ਬੇਪਰਵਾਹ ਨੇ, ਲੇਕਿਨ ਸਾਡੇ ਘਰਾਂ ਦੀ ਮਸਤੀ ਤੇ ਬੇਪਰਵਾਹ ਸਮਾਪਤ ਹੋ ਚੁੱਕਾ ਹੈ। ਇਹ ਕਿਉਂ ਹੋਇਆ? ਇਹਦੇ ਤੇ ਸਭ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਵਿਚਾਰ ਕਰਨਾ ਚਾਹੀਦਾ। ਅਸੀਂ ਕਿਉਂਕਿ ਸਾਰੇ ਸਿੱਖਿਆ ਸ਼ਾਸਤਰੀ ਹਾਂ, ਤੁਸੀਂ ਵਿਦਿਆਰਥੀ ਹੋ, ਅਧਿਆਪਕ ਹੋ, ਔਰ ਬਹੁਤ ਸਾਰੇ ਐਸੇ ਵੀ ਨੇ ਜਿਹੜੇ ਇੱਥੋਂ ਸਿੱਖਿਆ ਪ੍ਰਾਪਤ ਕਰਕੇ ਸਾਡੇ ਕਾਲਜ ਤੋਂ ਗਏ ਨੇ। ਇਹ ਜ਼ਰੂਰ ਵਿਚਾਰ ਕਰਨ ਕਿ ਇਸ ਸਭ ਲਈ ਅਸਲ 'ਚ ਜ਼ਿੰਮੇਵਾਰ ਕੌਣ ਹੈ। ਕੁਦਰਤ ਖੁਸ਼ ਕਿਉਂ ਹੈ ਤੇ ਮਨੁੱਖ ਦੁਖੀ ਕਿਉਂ ਹੈ? ਜਦ ਤੱਕ ਅਸੀਂ ਇਹ ਤੇ ਵਿਚਾਰ ਨਹੀਂ ਕਰਾਂਗੇ ਤੇ ਭਵਿੱਖ ਨੂੰ ਜਿਹੜਾ ਤਾਲਾ ਲੱਗ ਗਿਆ, ਉਸ ਭਵਿੱਖ ਦੇ ਤਾਲੇ ਦੀ ਚਾਬੀ ਸਾਨੂੰ ਲੱਭਣੀ ਨਹੀਂ। ਸੋ ਹੁਣ ਆਪਾਂ ਸਿੱਖਿਆ ਦੀ ਗੱਲ ਕਰਦੇ ਹਾਂ। ਅਸੀਂ ਕੋਵਿਡ-19 ਦੀ ਸਿਚੁਏਸ਼ਨ ਦੇ ਵਿੱਚ ਫਸੇ ਹੋਏ ਹਾਂ ਔਰ ਇਸ ਸਿਚੁਏਸ਼ਨ ਦੇ ਵਿੱਚ ਸਾਡੀ ਇਸ ਵੇਲੇ ਸਾਡਾ ਵਿਦਿਅਕ ਸਿਨੈਰੀਓ ਕੀ ਹੈ? ਸਾਡੇ ਵਿਦਿਅਕ ਅਦਾਰੇ 15 ਮਾਰਚ 2020 ਤੋਂ ਲਗਭਗ ਬੰਦ ਨੇ। ਸਾਰੇ ਵਿਦਿਅਕ ਅਦਾਰਿਆਂ ਦੇ ਵਿੱਚ, ਚਾਹੇ ਉਹ ਕਾਲਜ ਹੈ, ਸਕੂਲ ਹੈ,
ਚੁੱਪ ਪਸਰੀ ਹੋਈ ਹੈ, ਵਿਦਿਆਰਥੀਆਂ ਤੋਂ ਸੱਖਣੇ ਹੋ ਗਏ ਆ, ਅਧਿਆਪਕਾਂ ਤੋਂ ਸੱਖਣੇ ਹੋ ਗਏ ਆ। ਅਸੀਂ ਆਪਣੀਆਂ ਆਫਲਾਈਨ ਕਲਾਸਾਂ ਰਾਹੀਂ 15 ਮਾਰਚ ਤੱਕ ਲਗਭਗ 70 ਤੋਂ 75% ਵਿਦਿਆਰਥੀਆਂ ਦਾ ਸਿਲੇਬਸ ਪੂਰਾ ਕਰ ਦਿੱਤਾ ਸੀ, ਲੇਕਿਨ 20 ਤੋਂ 25% ਤੱਕ ਸਿਲੇਬਸ ਸਾਡਾ ਹਾਲੇ ਰਹਿੰਦਾ ਸੀ, ਜਿਹੜਾ ਕਿ ਅਸੀਂ 31 ਮਈ ਤੱਕ ਪੂਰਾ ਕਰਨਾ ਸੀ। ਸਾਇੰਸ ਵਿਸ਼ਿਆਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਨਹੀਂ ਹੋ ਸਕੀਆਂ, ਸਮੈਸਟਰ ਪ੍ਰੀਖਿਆਵਾਂ ਨਹੀਂ ਕਰਵਾਈਆਂ ਜਾ ਸਕੀਆਂ। ਦਾਖਲਿਆਂ ਲਈ ਜੋ ਪ੍ਰੀਖਿਆਵਾਂ ਹੋਣੀਆਂ ਸੀ ਅਗਲੇ ਸਾਲਾਂ ਦੇ ਦਾਖਲਿਆਂ ਦੇ ਲਈ, ਉਹ ਵੀ ਸੰਭਵ ਨਹੀਂ ਹੋ ਸਕੀਆਂ। ਆਫਲਾਈਨ ਵਿਦਿਆਰਥੀਆਂ ਨਾਲ ਸੰਪਰਕ ਟੁੱਟ ਗਿਆ। ਵਧੇਰੇਤਰ ਅਧਿਆਪਕ ਬਹੁਤ ਕੋਸ਼ਿਸ਼ ਕਰ ਰਹੇ ਨੇ ਆਨਲਾਈਨ ਪ੍ਰਕਿਰਿਆ ਰਾਹੀਂ, ਲੇਕਿਨ ਹਾਲੇ ਕਿਉਂਕਿ ਇਹ ਸਾਰਾ ਕੁਝ ਸੁਨਿਯੋਜਿਤ ਨਹੀਂ ਸੀ, ਇਸ ਕਰਕੇ ਉਹ ਪਰਫੈਕਸ਼ਨ ਨਹੀਂ ਆ ਪਾ ਰਹੀ ਜੋ ਕਲਾਸਰੂਮ ਟੀਚਿੰਗ ਦੇ ਵਿੱਚ ਆਉਂਦੀ ਹੈ। ਵਿਦਿਆਰਥੀਆਂ ਨਾਲ ਕਦੇ ਅਸੀਂ ਆਨਲਾਈਨ ਟੀਚਿੰਗ ਦੀ ਪ੍ਰੈਕਟਿਸ ਨਹੀਂ ਕੀਤੀ। ਹਾਂ, ਕਦੇ WhatsApp ਵਗੈਰਾ ਯੂਜ਼ ਕਰਦੇ ਸੀ, ਲੇਕਿਨ ਆਨਲਾਈਨ ਟੀਚਿੰਗ ਅਸੀਂ ਬਹੁਤ ਘੱਟ ਵਰਤਦੇ ਸੀ। ਸੋ ਵਿਦਿਆਰਥੀਆਂ ਦੀ ਇੰਟਰਨਸ਼ਿਪ ਸੰਭਵ ਨਹੀਂ ਹੋ ਸਕੀ। ਬਹੁਤ ਸਾਰੇ ਕੋਰਸਸ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ 2 ਸਮੈਸਟਰ ਤੋਂ ਬਾਅਦ ਉਹਨਾਂ ਨੇ ਜਾ ਕੇ ਇੰਡਸਟਰੀ ਦੇ ਵਿੱਚ ਜਾਂ ਅਦਾਰਿਆਂ ਦੇ ਵਿੱਚ ਜਾ ਕੇ ਟ੍ਰੇਨਿੰਗ ਕਰਨੀ ਹੁੰਦੀ ਹੈ, ਉਹ ਪੋਸੀਬਲ ਨਹੀਂ ਹੋ ਸਕੀ। ਔਰ ਮੈਨੂੰ ਲੱਗਦਾ ਹੈ ਕਿ ਭਵਿੱਖ ਦੇ ਤਾਲੇ ਦੀ ਚਾਬੀ ਕਿਤੇ ਗਵਾਚ ਗਈ ਹੈ ਤੇ ਸਾਡੇ ਵਿਦਿਅਕ ਅਦਾਰਿਆਂ ਦੇ ਵਿੱਚ ਬਿਲਕੁਲ ਚੁੱਪ ਪਸਰੀ ਹੋਈ ਹੈ। ਲੇਕਿਨ ਇਸ ਸਿਨੈਰੀਓ ਦੇ ਵਿੱਚੋਂ ਸਾਡਾ ਸਿੱਖਿਆ ਮਹਿਕਮਾ ਭਰਪੂਰ ਕੋਸ਼ਿਸ਼ਾਂ ਕਰ ਰਿਹਾ ਹੈ ਕਿ ਵਿਦਿਆਰਥੀਆਂ ਤੱਕ ਅਸੀਂ ਪਹੁੰਚੀਏ, ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝੀਏ, ਲੇਕਿਨ ਉਹਦੇ 'ਚ ਅਸੀਂ ਬਦਲਿਆ। ਯਾਨੀ ਅਸੀਂ ਕੀਤੀ ਹੈ, ਉਹ ਘਰਾਂ 'ਚ ਵਿਹਲੇ ਨਹੀਂ ਬੈਠੇ। ਉਹਨਾਂ ਨੇ ਚਾਹੇ WhatsApp ਦੇ ਰਾਹੀਂ ਗਰੁੱਪ ਬਣਾ ਕੇ, ਉਹਨਾਂ ਦੇ ਇਸੇ ਤਰ੍ਹਾਂ Facebook ਦੇ ਰਾਹੀਂ ਜਾਂ ਜ਼ੂਮ ਇਨ ਕਲਾਸਾਂ ਦੇ ਰਾਹੀਂ, ਗੂਗਲ ਕਲਾਸਰੂਮ ਦੇ ਰਾਹੀਂ, ਸਿਸਕੋ ਵੈਬਐਕਸ ਮੀਟਿੰਗਸ ਦੇ ਰਾਹੀਂ ਕੋਸ਼ਿਸ਼ ਕੀਤੀ ਹੈ ਆਪਣੇ ਵਿਦਿਆਰਥੀਆਂ ਤੱਕ ਪਹੁੰਚਣ ਦੀ। ਚਾਹੇ ਟੈਲੀਫੋਨ ਰਾਹੀਂ ਜਿਹੜੇ ਵਿਦਿਆਰਥੀਆਂ ਦੀਆਂ ਕਾਲਸ ਵੀ ਆਉਂਦੀਆਂ ਉਹ ਵੀ ਅਸੀਂ ਅਟੈਂਡ ਕਰਦੇ ਹਾਂ। ਸੋ ਭਰਪੂਰ ਕੋਸ਼ਿਸ਼ ਕੀਤੀ ਹੈ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਲੇਕਿਨ ਦੋਸਤੋ, ਇਸ ਸਥਿਤੀ ਦੇ ਵਿੱਚ ਹਰ ਕੋਈ ਪਰੇਸ਼ਾਨ ਹੈ। ਅਧਿਆਪਕ ਵੀ ਉਹਦਾ ਹਿੱਸਾ ਹੈ, ਵਿਦਿਅਕ ਸੰਸਥਾਵਾਂ ਵੀ ਉਹਦੀਆਂ ਹਿੱਸਾ ਹੈ। ਸੋ ਅਸੀਂ ਆਫਲਾਈਨ ਟੂ ਵਰਚੁਅਲ ਸਿਸਟਮ ਦੇ ਵਿੱਚ ਪ੍ਰਵੇਸ਼ ਕੀਤਾ, ਲੇਕਿਨ ਉੱਥੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਫੇਸ ਟੂ ਫੇਸ ਜਿਹੜੀ ਸਾਡੀ ਪਰਸਨਲ ਕਮਿਊਨੀਕੇਸ਼ਨ ਹੈ, ਜਿਹਦੇ ਨਾਲ ਅਸੀਂ ਇੱਕ ਦੂਸਰੇ ਦੇ ਅਭਾਵ ਜਿਹੜੇ ਉਹ ਜਾਣ ਸਕਦੇ ਹਾਂ, ਭਾਵ ਜਾਣ ਸਕਦੇ ਹਾਂ, ਰਿਐਕਸ਼ਨਸ ਜਾਣ ਸਕਦੇ ਹਾਂ, ਉਹ ਸਾਲੇ ਸੰਭਵ ਨਹੀਂ ਹੋ ਪਾ ਰਿਹਾ। ਲੇਕਿਨ ਸਭ ਤੋਂ ਵਧੀਆ ਗੱਲ ਇਹ ਹੋ ਰਹੀ ਹੈ ਕਿ ਪੂਰਾ ਸੰਸਾਰ, ਪੂਰੀ ਪਾਪੂਲੇਸ਼ਨ, ਚਾਹੇ ਉਹ ਵਿਦਿਆਰਥੀ ਨੇ, ਚਾਹੇ ਅਧਿਆਪਕ ਨੇ ਜਾਂ ਦੂਸਰੇ ਲੋਕ ਨੇ, ਸਾਰੇ ਟੈਕਨੋਲੋਜੀ ਦੇ ਨਾਲ ਜੁੜ ਰਹੇ ਹਨ। ਮੈਂ ਧੰਨਵਾਦ ਕਰਨਾ ਚਾਹਾਂਗਾ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ, ਤੇ ਉਸ ਤੋਂ ਪਹਿਲੇ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਆ, ਉਹਨਾਂ ਨੇ ਡਿਜੀਟਲ ਇੰਡੀਆ ਦਾ ਜੋ ਵਿਜ਼ਨ ਦੇਖਿਆ ਸੀ, ਉਸ ਡਿਜੀਟਲ ਇੰਡੀਆ ਦਾ ਵਿਜ਼ਨ ਇੱਕ ਵਰਚੁਅਲ ਔਰ ਵਾਈਟਲ ਇਨਸਟਰੂਮੈਂਟ ਦੇ ਤੌਰ ਦੇ ਉੱਤੇ ਅੱਜ ਸਾਨੂੰ ਕੰਮ ਆ ਰਿਹਾ ਹੈ। ਹਾਲੇ ਅਸੀਂ ਪੂਰੀ ਤਰ੍ਹਾਂ ਟ੍ਰੇਨਡ ਨਹੀਂ, ਕਿਉਂਕਿ ਅਸੀਂ ਤਸੱਵੁਰ ਨਹੀਂ ਸੀ ਕੀਤਾ ਕਿ ਅਸੀਂ ਇੱਕਦਮ ਇਸ ਸਥਿਤੀ ਦੇ ਵਿੱਚ ਫਸ ਜਾਵਾਂਗੇ। ਲੇਕਿਨ ਇੱਕ ਪੈਰਾਡਾਈਮ ਸ਼ਿਫਟ ਐਜੂਕੇਸ਼ਨ ਦੇ ਵਿੱਚ ਇਹ ਹੋਇਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਇਹ ਲਾਕਡਾਊਨ ਖੁੱਲੇਗਾ, ਬਹੁਤੀ ਦੇਰ ਲਾਕਡਾਊਨ ਨਹੀਂ ਰਹੇਗਾ, ਅਸੀਂ ਕੋਈ ਨਾ ਕੋਈ ਟੈਕਨੋਲੋਜੀ ਵਰਤ ਕੇ ਕਿਸੇ ਨਾ ਕਿਸੇ ਸਟ੍ਰੈਟਜੀ ਦੇ ਨਾਲ ਵਿਦਿਆਰਥੀਆਂ ਦੇ ਨਾਲ ਜੁੜਾਂਗੇ। ਕਾਲਜ ਫੇਰ ਖੁੱਲਣਗੇ, ਉਹਨਾਂ ਦੇ ਵਿੱਚ ਫੇਰ ਦੁਬਾਰਾ ਰੌਣਕ ਹੋਏਗੀ, ਕਿਉਂਕਿ ਇਹ ਅਦਾਰੇ ਸਾਡੇ ਵਿਦਿਆਰਥੀਆਂ ਦੀ ਰੌਣਕ ਤੋਂ ਬਿਨਾਂ ਸੱਖਣੇ ਨੇ। ਅਸੀਂ ਉਹਨਾਂ ਨੂੰ ਇੱਥੇ ਲੈ ਕੇ ਆਵਾਂਗੇ। ਸਟ੍ਰੈਟਜੀ ਸਾਨੂੰ ਬਦਲਣੀ ਪਏਗੀ, ਲੇਕਿਨ ਇਹ ਪੈਰਾਡਾਈਮ ਸ਼ਿਫਟ ਜਿਹੜੀ ਹੈ ਉਹ ਬਹੁਤ ਮਹੱਤਵਪੂਰਨ ਹੋਈ ਹੈ, ਜਿਹਦੇ ਲਈ ਮੈਂ ਸਮਝਦਾ ਕਿ ਕੁਦਰਤ ਨੇ ਸਾਨੂੰ ਬਹੁਤ ਵਧੀਆ ਸਿਖਾਇਆ। ਲੇਕਿਨ ਇੱਕ ਸਭ ਤੋਂ ਮਹੱਤਵਪੂਰਨ ਗੱਲ ਇਸ ਪੈਰਾਡਾਈਮ ਸ਼ਿਫਟ ਦੇ ਵਿੱਚ ਇਹ ਵੀ ਹੋਈ ਹੈ ਕਿ ਸਾਡੀ ਜਿਹੜੀ ਟੀਚਰ ਸੈਂਟਰਿਕ ਅਪਰੋਚ ਸੀ, ਉਹ ਸਟੂਡੈਂਟ ਸੈਂਟਰਿਕ ਅਪਰੋਚ ਹੋ ਗਈ। ਕਿਉਂਕਿ ਲੇਕਿਨ ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਸ ਸਭ ਦਾ ਧੁਰਾ ਅਧਿਆਪਕ ਰਿਹਾ। ਅਧਿਆਪਕ ਦਾ ਰੋਲ ਕਦੇ ਵੀ ਖਤਮ ਨਹੀਂ ਹੋ ਸਕਦਾ, ਚਾਹੇ ਅਸੀਂ ਆਫਲਾਈਨ ਟੀਚਿੰਗ ਤੋਂ ਆਨਲਾਈਨ ਟੀਚਿੰਗ ਦੇ ਵਿੱਚ ਚਲੇ ਜਾਈਏ, ਲੇਕਿਨ ਮੇਨ ਇਨਸਟਰੂਮੈਂਟ ਜਿਹੜਾ ਹੈ ਉਹ ਗੁਰੂ ਹੀ ਰਹੇਗਾ, ਅਧਿਆਪਕ ਹੀ ਰਹੇਗਾ। ਸੋ ਇਸ ਸਮੇਂ ਦੇ ਦੌਰਾਨ ਅਸੀਂ ਆਪਣੀ ਪੈਡਾਗੋਜੀ ਜੋ ਕਿ ਡਿਜੀਟਲ ਐਜੂਕੇਸ਼ਨ ਦੇ ਰਾਹੀਂ ਦਿੱਤੀ ਜਾਣੀ ਹੈ, ਉਹਨੂੰ ਵੀ ਰੀਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਇੱਕ ਲਿੰਕ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਕੋਰਸ ਕਰਨ ਵਾਲਾ ਹੈ, ਐਜੂਕੇਸ਼ਨ ਟੈਕਨੋਲੋਜੀ ਤੇ ਕੋਰਸ ਕੰਟੈਂਟ ਨੂੰ ਆਪਸ ਦੇ ਵਿੱਚ ਜੋੜ ਕੇ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਏ। ਆਉਣ ਵਾਲਾ ਭਵਿੱਖ
ਜੋ ਮੈਂ ਵੇਖ ਰਿਹਾ, ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਸੁਨਹਿਰੇ ਭਵਿੱਖ ਲਈ ਵੱਧ ਰਹੇ ਹਾਂ, ਕਿਉਂਕਿ ਸਾਡੀ ਇੰਡੀਆ ਦੀ, ਭਾਰਤ ਦੀ ਟੋਟਲ ਐਜੂਕੇਸ਼ਨਲ ਸਿਸਟਮ ਇਹਦੇ ਨਾਲ ਟਰਾਂਸਫਾਰਮ ਹੋਣ ਵਾਲਾ ਹੈ। ਚਾਹੇ ਉਹ ਵਿਦਿਆਰਥੀ ਹੈ, ਚਾਹੇ ਉਹ ਅਧਿਆਪਕ ਹੈ, ਚਾਹੇ ਉਹ ਸਿੱਖਿਆ ਦੇ ਪ੍ਰਸ਼ਾਸਕ ਹੈ, ਸਭ ਨੇ ਇਸ ਚੀਜ਼ ਨੂੰ ਅੰਡਰਸਟੈਂਡ ਕਰ ਲਿਆ, ਸਮਝ ਲਿਆ ਕਿ ਹੁਣ ਸਾਨੂੰ ਟੈਕਨੋਲੋਜੀ ਦੇ ਨਾਲ ਜੁੜਨਾ ਪੈਣਾ। ਔਰ ਦੋਸਤੋ, ਟੈਕਨੋਲੋਜੀ ਦੇ ਨਾਲ ਜੁੜਨ ਨਾਲ ਚਾਹੇ ਕੁਝ ਖਾਮੀਆਂ ਨੇ, ਉਹਨਾਂ ਖਾਮੀਆਂ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਸਿੱਖਿਆ ਜਿਹੜੀ ਹੈ ਉਹ ਪ੍ਰਦਾਨ ਕਰ ਸਕੀਏ। ਸੋ ਇਹਦੇ ਨਾਲ ਸਭ ਤੋਂ ਮਹੱਤਵਪੂਰਨ ਜਿਹੜੀ ਚੀਜ਼ ਹੈ ਉਹ ਡੈਮੋਕ੍ਰੇਟਾਈਜੇਸ਼ਨ ਆਫ ਟੈਕਨੋਲੋਜੀ ਹੋਇਆ। ਟੈਕਨੋਲੋਜੀ ਹਰ ਵਰਗ ਦੇ ਹੱਥ ਵਿੱਚ ਪਹੁੰਚੀ ਹੈ ਔਰ ਸਰਕਾਰ ਨੇ ਵੀ ਬਹੁਤ ਸਾਰੇ ਚੈਨਲਸ, ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਇਸ ਟੈਕਨੋਲੋਜੀ ਦੀ ਡੈਮੋਕ੍ਰੇਟਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਹ ਇੱਕ ਪੈਰਾਡਾਈਮ ਸ਼ਿਫਟ ਮੈਨੂੰ ਨਜ਼ਰ ਆ ਰਿਹਾ ਹੈ ਐਜੂਕੇਸ਼ਨ ਸੈਕਟਰ ਦੇ ਵਿੱਚ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਪ੍ਰਭਾਵੀ ਰੈਵੋਲੂਸ਼ਨ ਲੈ ਕੇ ਆਏਗਾ ਸਾਡੀ ਸਿੱਖਿਆ ਪ੍ਰਣਾਲੀ ਦੇ ਵਿੱਚ। ਔਰ ਇੱਕ ਵਰਚੁਅਲ ਯੂਨੀਵਰਸਿਟੀਜ਼ ਦਾ ਕਨਸੈਪਟ ਆਉਣ ਵਾਲਾ, ਜਿਹਦੇ ਨਾਲ ਵਿਦਿਆਰਥੀ ਘਰ ਬੈਠੇ ਹੀ ਬਹੁਤ ਸਸਤੀ ਦਰ ਦੇ ਉੱਤੇ ਮੁਫਤ ਦੇ ਭਾਅ ਸਿੱਖਿਆ ਪ੍ਰਾਪਤ ਕਰ ਸਕਣਗੇ। ਇਹ ਮੈਨੂੰ ਪੂਰੀ ਆਸ ਹੈ। ਦੋਸਤੋ, ਸਾਡੀ ਵਿਦਿਅਕ ਪ੍ਰਣਾਲੀ ਔਰ ਕੋਵਿਡ-19 ਨੇ ਕੁਝ ਮੁੱਖ ਸਵਾਲ ਸਾਡੇ ਸਾਹਮਣੇ ਖੜੇ ਕੀਤੇ ਔਰ ਉਹਨਾਂ ਸਵਾਲਾਂ ਦਾ ਜਵਾਬ ਅਸੀਂ ਲੱਭਣਾ ਹੈ। ਉਹਨਾਂ ਸਵਾਲਾਂ ਦੇ ਲਈ ਆਪਣੇ ਆਪ ਨੂੰ ਸਾਨੂੰ ਤਿਆਰ ਕਰਨਾ ਪਏਗਾ। ਜਦ ਤੱਕ ਅਸੀਂ ਆਪਣੇ ਆਪ ਨੂੰ ਉਹਨਾਂ ਸਵਾਲਾਂ ਦੇ ਲਈ ਤਿਆਰ ਨਹੀਂ ਕਰਦੇ ਤਾਂ ਐਜੂਕੇਸ਼ਨ ਜਿਹੜੀ ਹੈ ਇਸ ਕੋਵਿਡ-19 ਦੀ ਸਥਿਤੀ ਦੇ ਵਿੱਚੋਂ ਨਿਕਲਣਾ ਉਹਦੇ ਵਾਸਤੇ ਸੰਭਵ ਨਹੀਂ ਹੋਵੇਗਾ। ਔਰ ਵਿਸ਼ਵ ਭਰ ਦੀ ਦੀਆਂ ਵਿਦਿਅਕ ਪ੍ਰਣਾਲੀਆਂ ਨੇ, ਉਹਨਾਂ ਨੂੰ ਇਹਨੇ ਪ੍ਰਭਾਵਿਤ ਕੀਤਾ ਔਰ ਵਿਸ਼ਵ ਭਰ ਦੀਆਂ ਵਿਦਿਅਕ ਸੰਸਥਾਵਾਂ ਇਸ ਸਥਿਤੀ ਵਿੱਚੋਂ ਨਿਕਲਣ ਦਾ ਯਤਨ ਕਰ ਰਹੀਆਂ। ਮੈਂ ਰੋਜ਼ ਪੜ੍ਹਦਾ ਕਿ ਅਮਰੀਕਾ, ਫਰਾਂਸ, ਕੈਨੇਡਾ ਜਾਂ ਇਸ ਤੋਂ ਇਲਾਵਾ ਇੰਗਲੈਂਡ, ਜਿਹੜੀਆਂ ਐਡਵਾਂਸ ਕੰਟਰੀਜ਼ ਵੀ ਨੇ, ਉਹਨਾਂ ਦੇ ਵਿੱਚ ਵਿਦਿਆ ਨੂੰ ਇੱਕ ਪ੍ਰਾਇਮਰੀ ਔਰ ਮੁੱਖ ਸੈਕਟਰ ਦੇ ਤੌਰ ਦੇ ਉੱਤੇ ਇੰਪੋਰਟੈਂਸ ਦਿੱਤੀ ਜਾਂਦੀ ਹੈ। ਉੱਥੇ ਅਧਿਆਪਕਾਂ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਹੈ ਔਰ ਅਧਿਆਪਕ ਜਿਹੜੇ ਆ ਉਹ ਸਿਰਮੌਰ ਮੰਨੇ ਜਾਂਦੇ ਆ, ਪ੍ਰਾਇਮਰੀ ਮੰਨੇ ਜਾਂਦੇ ਆ ਉਸ ਸਾਰੇ ਸਿਸਟਮ ਦੇ ਵਿੱਚ। ਇਸੇ ਕਰਕੇ ਉੱਥੇ ਐਜੂਕੇਸ਼ਨਲ ਸਿਸਟਮ ਬਹੁਤ ਡਿਵੈਲਪ ਹੈ। ਉੱਥੇ ਬਜਟ ਜਿਹੜਾ ਹੈ ਐਜੂਕੇਸ਼ਨ ਦਾ ਹਮੇਸ਼ਾ ਬਹੁਤ ਵਧੀਆ ਔਰ ਅੱਛਾ ਬਜਟ ਜਿਹੜਾ ਉਹ ਰੱਖਿਆ ਜਾਂਦਾ ਹੈ ਸਾਰੀਆਂ ਸਰਕਾਰਾਂ ਵੱਲੋਂ। ਇਸੇ ਕਰਕੇ ਉੱਥੇ ਵਿਦਿਅਕ ਅਦਾਰੇ ਬੰਦ ਹੋਣ ਦੇ ਬਾਵਜੂਦ ਵੀ ਵਿਦਿਆਰਥੀ ਤੇ ਅਧਿਆਪਕ ਟੈਕਨੋਲੋਜੀ ਦੇ ਰਾਹੀਂ ਇਸ ਤਰ੍ਹਾਂ ਆਪਸ ਦੇ ਨਾਲ ਜੁੜੇ ਹੋਏ ਆ ਜਿਵੇਂ ਕੁਝ ਹੋਇਆ ਹੀ ਨਹੀਂ। ਸੋ ਵਿਸ਼ਵ ਭਰ ਦੀਆਂ ਸੰਸਥਾਵਾਂ ਇਹਦੇ ਹੱਲ ਲੱਭਣ ਦੀਆਂ ਕੋਸ਼ਿਸ਼ ਕਰ ਰਹੀਆਂ ਔਰ ਅਸੀਂ ਵੀ ਭਾਰਤ ਦੇ ਵਿੱਚ, ਸਾਡੀਆਂ ਸਰਕਾਰਾਂ ਵੀ, ਸਾਡੀਆਂ ਯੂਨੀਵਰਸਿਟੀਆਂ ਵੀ, ਹਰ ਰੋਜ਼ ਮੈਂ ਦੇਖਦਾ ਹਾਂ ਕਦੀ ਅਸੀਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਾਲ ਮੀਟਿੰਗ ਕਰਦੇ ਹਾਂ, ਕਿਸੇ MHRD ਦੇ ਨਾਲ ਮੀਟਿੰਗ ਕਰਦੇ ਹਾਂ, ਚਾਹੇ ਪੰਜਾਬ ਦੀ ਸਰਕਾਰ ਦਾ ਉੱਚ ਸਿੱਖਿਆ ਵਿਭਾਗ ਹੈ, ਸਕੂਲ ਸਿੱਖਿਆ ਵਿਭਾਗ ਹੈ, ਸਾਡੇ ਕ੍ਰਿਸ਼ਨ ਕੁਮਾਰ ਜੀ ਸਕੂਲ ਐਜੂਕੇਸ਼ਨ ਵਿਭਾਗ ਦੇ ਜਿਹੜੇ ਮੁਖੀ ਨੇ, ਹਮੇਸ਼ਾ ਉਹ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਆ, ਅਧਿਆਪਕਾਂ ਨੂੰ ਪ੍ਰੇਰਿਤ ਕਰ ਰਹੇ ਆ ਤਾਂ ਕਿ ਇਸ ਵਿਸ਼ਮ ਪਰਿਸਥਿਤੀ ਦੇ ਵਿੱਚੋਂ ਅਸੀਂ ਲੱਭ ਸਕੀਏ। ਲੇਕਿਨ ਇੱਕ ਚੀਜ਼ ਮਹੱਤਵਪੂਰਨ ਹੈ, ਜਿਹੜੇ ਦੇਸ਼ਾਂ ਵਿੱਚ ਸਿੱਖਿਆ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ ਉਹ ਦੇਸ਼ ਸੰਸਥਾਵਾਂ ਬੰਦ ਕਰਕੇ ਵੀ ਵਿਦਿਆਰਥੀਆਂ ਦੇ ਨਾਲ ਟੈਕਨੋਲੋਜੀ ਨਾਲ ਜੁੜੇ ਰਹਿੰਦੇ ਆ ਔਰ ਇਸੇ ਕਰਕੇ ਉਹਨਾਂ ਐਡਵਾਂਸ ਕੰਟਰੀਜ਼ ਦੇ ਵਿੱਚ ਹਾਲੇ ਤੱਕ ਕੋਈ ਸਮੱਸਿਆ ਨਹੀਂ ਆਈ। ਉੱਥੇ ਐਗਜ਼ਾਮੀਨੇਸ਼ਨ ਵੀ ਹੋ ਰਹੇ ਹਨ, ਵਿਦਿਆਰਥੀ ਪੜ੍ਹ ਵੀ ਰਹੇ ਹਨ ਔਰ ਵਿਦਿਆਰਥੀਆਂ ਦੇ ਅਗਲੇ ਐਂਟਰੈਂਸ ਟੈਸਟ ਵੀ ਹੋ ਰਹੇ ਹਨ ਔਰ ਨਵੇਂ ਸੈਸ਼ਨ ਵੀ ਪੂਰੇ ਟਾਈਮ ਤੇ ਸ਼ੁਰੂ ਹੋ ਜਾਣਗੇ। ਲੇਕਿਨ ਸਾਡੇ ਸਾਹਮਣੇ ਇੱਕ ਸਵਾਲ ਖੜਾ ਹੋ ਗਿਆ ਕਿਉਂਕਿ ਅਸੀਂ ਟੈਕਨੋਲੋਜੀ ਨਾਲ ਜੁੜੇ ਤਾਂ ਹੋਏ ਸੀ ਲੇਕਿਨ ਅਸੀਂ ਟੈਕਨੋਲੋਜੀ ਦੀ ਵਰਤੋਂ ਐਜੂਕੇਸ਼ਨ ਦੇ ਨਾਲ ਕਰਨੀ ਸ਼ੁਰੂ ਨਹੀਂ ਸੀ ਕੀਤੀ। ਜੇ ਕੀਤੀ ਵੀ ਸੀ ਤੇ 10 ਤੋਂ 15% ਤੱਕ ਹੀ ਅਸੀਂ ਵਰਤਦੇ ਸੀ, ਬਾਕੀ ਸਾਰਾ ਅਸੀਂ ਆਫਲਾਈਨ ਕਰਦੇ ਸੀ। ਹੁਣ ਇੱਥੇ ਸਾਡੇ ਯੂਨੀਵਰਸਿਟੀਆਂ ਸਾਹਮਣੇ ਸਵਾਲ ਪੈਦਾ ਹੋ ਗਏ, ਸਾਡੇ ਸਕੂਲ ਸਿੱਖਿਆ ਬੋਰਡਾਂ ਦੇ ਸਾਹਮਣੇ ਸਵਾਲ ਪੈਦਾ ਹੋ ਗਏ ਕਿ ਅਸੀਂ ਇਸ ਦੇ ਵਿੱਚੋਂ ਹੁਣ ਕਿਵੇਂ ਨਿਕਲਣਾ। ਇਹਦੇ ਲਈ ਸਾਨੂੰ ਇੱਕ ਜਨੂਨ ਪੈਦਾ ਕਰਨਾ ਪਏਗਾ ਔਰ ਉਹ ਜਨੂਨ ਵਿਦਿਆਰਥੀ ਤੋਂ ਲੈ ਕੇ ਸਿੱਖਿਆ ਦੇ ਉੱਪਰਲੇ ਸਿਸਟਮ ਤੱਕ ਸਾਨੂੰ ਇਹ ਬਣਾਉਣਾ ਪਏਗਾ। ਉਸ ਜਨੂਨ ਨੇ ਇਹ ਸਾਬਤ ਕਰਨਾ ਹੈ ਕਿ ਇਸ ਵਿਸ਼ਵ ਪਰਿਸਥਿਤੀ ਦੇ ਵਿੱਚੋਂ ਅਸੀਂ ਕਿਵੇਂ ਨਿਕਲਦੇ ਹਾਂ, ਵਿਦਿਆਰਥੀ ਆਪਣੀ ਪੜ੍ਹਾਈ ਕਿਵੇਂ ਜਾਰੀ ਰੱਖਦੇ। ਦੋਸਤੋ, ਇਸ ਕੋਵਿਡ-19 ਦੀ ਸਥਿਤੀ ਦੇ ਵਿੱਚੋਂ ਨਿਕਲਣ ਲਈ ਮੈਂ 6 ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਆਪਣੇ ਅੰਦਰ ਜਨੂਨ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਜੇਕਰ ਉਹ ਜਨੂਨ ਪੈਦਾ ਕਰ ਲੈਂਦੇ ਆ ਤੇ ਸਾਡੀ ਜਿਹੜੀ ਅਸੀਂ ਮੰਨਦੇ ਸੀ ਕਿ ਗੁਰੂਕੁਲ ਸਿਸਟਮ ਸੀ ਸਾਡੇ ਇੱਥੇ, ਬਹੁਤ ਐਡਵਾਂਸ ਲਰਨਿੰਗ ਇੰਡੀਆ ਦੇ ਵਿੱਚ ਮੰਨੀ ਜਾਂਦੀ ਸੀ। ਉਹ ਪੁਰਾਣੇ ਸਮੇਂ ਯਾਦ ਕਰੋ ਜਦੋਂ ਵਿਸ਼ਵ ਭਰ ਤੋਂ ਲੋਕ ਇੱਥੇ ਪੜ੍ਹਨ ਆਇਆ ਕਰਦੇ ਸੀ। ਅਸੀਂ ਫਿਰ ਉਸ ਸਥਿਤੀ ਦੇ ਵਿੱਚ ਆ ਜਾਵਾਂਗੇ। ਸਾਡੇ ਕੋਲ ਉਹ এনवायरमेंट ਹੈ ਲੇਕਿਨ ਇੱਕ ਜਨੂਨ ਦੀ ਕਮੀ ਹੈ ਔਰ ਉਹ ਜਨੂਨ ਵਿਦਿਆਰਥੀਆਂ ਦੇ ਅੰਦਰ, ਉਹ ਜਨੂਨ ਸਾਡੇ ਅਧਿਆਪਕਾਂ ਦੇ ਅੰਦਰ, ਉਹ ਸਾਡੇ ਵਿਦਿਅਕ ਪ੍ਰਸ਼ਾਸਨ ਦੇ ਅੰਦਰ, ਮਾਪਿਆਂ ਦੇ ਅੰਦਰ, ਪਾਲਿਸੀ ਮੇਕਰਸ ਦੇ ਅੰਦਰ ਸਾਨੂੰ ਲਿਆਉਣੇ ਪੈਣਗੇ। ਸਮਾਜ ਦੇ ਅੰਦਰ ਉਹ ਜਨੂਨ ਪੈਦਾ ਕਰਨਾ ਪਏਗਾ ਤਾਂ ਕਿ ਸਿੱਖਿਆ ਨੂੰ ਇੱਕ ਇੰਪੋਰਟੈਂਸ ਦਿੱਤੀ ਜਾ ਸਕੇ। ਜਦ ਤੱਕ ਅਸੀਂ ਐਜੂਕੇਸ਼ਨ ਨੂੰ ਇੱਕ ਪ੍ਰਾਇਮਰੀ ਸੈਕਟਰ ਨਹੀਂ ਮੰਨਦੇ, ਐਜੂਕੇਸ਼ਨ ਨੂੰ ਅਸੀਂ ਅਟਮੋਸਟ ਇੰਪੋਰਟੈਂਸ ਨਹੀਂ ਦਿੰਦੇ, ਤਦ ਤੱਕ ਉਹ ਜਨੂਨ ਪੈਦਾ ਨਹੀਂ ਹੋਣਾ। ਸੋ ਸਾਡੇ ਸਾਰੇ ਲੋਕਾਂ ਨੂੰ, ਵਿਦਿਆਰਥੀਆਂ ਨੂੰ, ਅਧਿਆਪਕਾਂ ਨੂੰ, ਵਿਦਿਅਕ ਪ੍ਰਸ਼ਾਸਨ ਨੂੰ, ਮਾਪਿਆਂ ਨੂੰ
ਪਾਲਿਸੀ ਮੇਕਰਸ ਨੂੰ, ਸਮਾਜ ਨੂੰ ਮਿਲ ਕੇ ਇਹ ਸੋਚਣਾ ਪਏਗਾ। ਆਪਣੇ ਆਪਣੇ ਪੱਧਰ ਦੇ ਉੱਤੇ ਸਾਨੂੰ ਯਤਨ ਕਰਨੇ ਪੈਣਗੇ, ਤਾਂ ਹੀ ਅਸੀਂ ਇੱਕ ਅੱਛੀ ਸਥਿਤੀ ਦੇ ਵਿੱਚ ਆਵਾਂਗੇ ਔਰ ਇਸ ਕੋਵਿਡ-19 ਦੀ ਸਥਿਤੀ ਤੋਂ ਬਾਅਦ ਇੱਕ ਸੁਨਹਿਰੀ ਵਿਦਿਅਕ ਪ੍ਰਣਾਲੀ ਅਸੀਂ ਲੈ ਕੇ ਆਵਾਂਗੇ। ਉਹਦੇ ਲਈ ਸਾਰਿਆਂ ਨੂੰ ਸਾਨੂੰ ਯਤਨ ਕਰਨੇ ਪੈਣੇ ਆ। ਇਹਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਕਿ ਸਾਡੇ ਅਧਿਆਪਕਾਂ ਨੂੰ ਕੀ ਕਰਨਾ ਪਏਗਾ। ਸਾਡੇ ਅਧਿਆਪਕਾਂ ਨੂੰ ਆਪਣੀ ਦਸ਼ਾ ਅਤੇ ਦਿਸ਼ਾ ਬਦਲਣੀ ਪੈਣੀ ਹੈ। ਹੁਣ ਤੱਕ ਅਸੀਂ ਪ੍ਰਵੀਨ ਸੀ ਕਲਾਸਰੂਮ ਟੀਚਿੰਗ ਦੇ ਵਾਸਤੇ। ਸਾਡਾ ਮੁੱਖ ਮੰਤਵ ਇਹ ਸੀ ਕਿ ਅਸੀਂ ਲੈਕਚਰ ਤਿਆਰ ਕਰਦੇ ਸੀ, ਕਲਾਸ ਵਿੱਚ ਜਾਂਦੇ ਸੀ, ਵਿਦਿਆਰਥੀਆਂ ਨੂੰ ਡਿਲੀਵਰ ਕਰ ਦਿੱਤਾ ਜਾਂਦਾ ਸੀ, ਸਾਡਾ ਇੰਨਾ ਹੀ ਕੰਮ ਸੀ। ਲੇਕਿਨ ਹੁਣ ਸਾਨੂੰ ਕਲਾਸਰੂਮ ਟੀਚਿੰਗ ਤੋਂ ਵਰਚੁਅਲ ਟੀਚਿੰਗ ਵੱਲ ਜਾਣਾ ਪਵੇਗਾ। ਵਰਚੁਅਲ ਟੀਚਿੰਗ ਅਧਿਆਪਕ ਦਾ ਬਦਲ ਨਹੀਂ ਹੋਵੇਗਾ, ਇਹ ਚੀਜ਼ ਹਮੇਸ਼ਾ ਤੁਹਾਨੂੰ ਧਿਆਨ 'ਚ ਰੱਖਣੀ ਪਏਗੀ। ਵਰਚੁਅਲ ਟੀਚਿੰਗ ਅਧਿਆਪਕ ਦਾ ਬਦਲ ਨਹੀਂ ਹੋਵੇਗਾ, ਬਲਕਿ ਇੱਕ ਨਵੀਂ ਦਿਸ਼ਾ ਹੋਵੇਗੀ ਜਿਸ ਦਾ ਕੇਂਦਰ ਅਧਿਆਪਕ ਹੀ ਹੋਵੇਗਾ। ਵਰਚੁਅਲ ਟੀਚਿੰਗ ਜਾਂ ਤਕਨੀਕ ਨੂੰ ਅਧਿਆਪਕ ਆਪਣੀ ਵਿਦਿਅਕ ਸਟ੍ਰੈਟਜੀ ਦਾ ਹਿੱਸਾ ਕਿਵੇਂ ਬਣਾਉਂਦਾ ਹੈ ਅਤੇ ਉਸ ਦੀ ਮਹਾਰਤ ਤੇ ਕੁਸ਼ਲਤਾ ਤੇ ਨਿਰਭਰ ਕਰਦਾ ਹੈ। ਸੋ ਹਰ ਇੱਕ ਅਧਿਆਪਕ ਨੂੰ ਹੁਣ ਆਪਣੀ ਜੋ ਐਜੂਕੇਸ਼ਨ ਉਹਨੇ ਅਰਨ ਕੀਤੀ ਹੋਈ ਹੈ, ਜੋ ਤਜਰਬਾ ਉਹਨੂੰ ਹੈ, ਬਸ ਉਹਨੂੰ ਟੈਕਨੋਲੋਜੀ ਦੇ ਨਾਲ ਜੋੜਨਾ ਹੈ। ਟੈਕਨੋਲੋਜੀ ਦੇ ਨਾਲ ਜੋੜ ਕੇ ਵਰਚੁਅਲ ਟੀਚਿੰਗ ਦੇ ਵੱਲ ਜਾਣਾ ਹੈ। ਔਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਵੀ ਪਿੱਛੇ ਜੇ ਜੋ ਰਿਪੋਰਟ ਮਾਹਿਰਾਂ ਦੀ ਆਈ ਹੈ, ਉਹਨਾਂ ਨੇ ਵੀ ਇਹ ਸੁਜੈਸਟ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 75% ਜਿਹੜਾ ਹੈ ਆਫਲਾਈਨ ਟੀਚਿੰਗ ਰਾਹੀਂ ਪੜ੍ਹਾਵਾਂਗੇ, ਲੇਕਿਨ 25% ਜਿਹੜਾ ਹੈ ਉਹ ਵਰਚੁਅਲ ਟੀਚਿੰਗ ਦੇ ਰਾਹੀਂ ਪੜ੍ਹਾਇਆ ਜਾਵੇ, ਤਾਂ ਕਿ ਭਵਿੱਖ ਵਿੱਚ ਅਗਰ ਕਿਸੇ ਤਰ੍ਹਾਂ ਦੀ ਵਿਸ਼ਮ ਪਰਿਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਵਿਸ਼ਮ ਪਰਿਸਥਿਤੀ ਦੇ ਵਿੱਚੋਂ ਅਸੀਂ ਨਿਕਲ ਸਕੀਏ, ਵਿਦਿਆਰਥੀਆਂ ਨਾਲ ਸਾਡਾ ਜੁੜਾਵ ਬਣਿਆ ਰਹੇ। ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਆਪਣੀ ਮਹਾਰਤ ਵਿੱਚ ਬਦਲਾਵ ਕਰਨੀ ਪਵੇਗੀ। ਇਹ ਸਮਾਂ ਹੈ ਸਾਡੇ ਸਾਹਮਣੇ। ਹੁਣੇ ਮੈਂ ਖਬਰ ਪੜ੍ਹ ਰਿਹਾ ਸੀ ਕਿ ਸ਼ਾਇਦ ਪੰਜਾਬ ਸਿੱਖਿਆ ਵਿਭਾਗ, ਉੱਚ ਸਿੱਖਿਆ ਵਿਭਾਗ ਜਿਹੜਾ ਹੈ ਉਹ 15 ਮਈ ਤੋਂ 15 ਜੂਨ ਤੱਕ ਜਿਹੜੀਆਂ ਸਮਰ ਵਕੇਸ਼ਨਸ ਨੇ ਉਹ ਕਰਨ ਜਾ ਰਿਹਾ। ਪਹਿਲਾਂ ਵੀ ਅਧਿਆਪਕਾਂ ਦੇ ਪਾਸ ਸਮਾਂ ਮਿਲ ਗਿਆ ਔਰ ਆਉਣ ਵਾਲਾ ਸਮਾਂ ਵੀ ਸਾਡੇ ਪਾਸ ਪਿਆ। ਇਸ ਸਮੇਂ ਦੇ ਦੌਰਾਨ ਅਸੀਂ ਆਪਣੀ ਕੁਸ਼ਲਤਾ ਦੇ ਵਿੱਚ ਵਾਧਾ ਕਰੀਏ। ਬਹੁਤ ਔਖਾ ਹੈ, ਕੋਈ ਸਾਨੂੰ ਟੈਕਨੋਲੋਜੀ ਦੇ ਨਾਲ ਜੁੜਨ ਲਈ ਕੋਈ ਔਖ ਨਹੀਂ ਹੈ, ਬਹੁਤ ਸੌਖਾ ਕੰਮ ਹੈ। ਔਰ ਈਵਨ ਮੈਂ ਦੇਖਿਆ ਕਿ ਮੇਰੇ ਘਰ ਦੇ ਆਪਣੇ ਬੱਚੇ ਜਿਹੜੇ ਉਹ ਟੈਕਨੋਲੋਜੀ ਦੇ ਵਿੱਚ ਇੰਨੇ ਪ੍ਰਵੀਨ ਨੇ, ਉਹ ਮੈਨੂੰ ਗਾਈਡ ਕਰ ਰਹੇ ਆ, ਮੈਨੂੰ ਸਿਖਾ ਰਹੇ ਆ। ਅੱਜ ਦਾ ਲੈਕਚਰ ਜਿਹੜਾ ਮੈਂ ਤੁਹਾਡੇ ਸਾਹਮਣੇ ਦੇ ਰਿਹਾ ਔਰ ਇਹ ਸੰਭਵ ਹੋ ਸਕਿਆ ਟੈਕਨੋਲੋਜੀ ਦੇ ਨਾਲ ਜੁੜ ਕੇ, ਤਾਂ ਉਹ ਵੀ ਦੋਸਤੋ ਉਹ ਛੋਟੇ ਛੋਟੇ ਬੱਚਿਆਂ ਦੇ ਕਾਰਨ ਹੀ ਹੋ ਸਕਿਆ। ਕਿਉਂਕਿ ਜੇ ਉਹ ਪ੍ਰਵੀਨ ਨੇ ਤੇ ਅਸੀਂ ਅਧਿਆਪਕ ਪ੍ਰਵੀਨ ਕਿਉਂ ਨਹੀਂ ਹੋ ਸਕਦੇ। ਲੇਕਿਨ ਇੱਕ ਚੀਜ਼ ਸਾਨੂੰ ਹਮੇਸ਼ਾ ਯਾਦ ਰੱਖਣੀ ਪਏਗੀ ਕਿ ਕਦੇ ਵੀ ਜਿਹੜਾ ਅਧਿਆਪਕ ਦਾ ਬਦਲ ਨਹੀਂ ਹੋ ਸਕਦਾ ਸਾਡੀ ਜਿਹੜੀ ਸਿੱਖਿਆ ਪ੍ਰਣਾਲੀ ਦਾ। ਅਧਿਆਪਕ ਜਿਹੜਾ ਉਹ ਤੁਰਾਹੀ ਰਹੇਗਾ। ਸੋ ਇਸ ਚੀਜ਼ ਨੂੰ ਅੱਗੇ ਰੱਖ ਕੇ ਅਸੀਂ ਚੱਲਣਾ ਪਏਗਾ। ਸੋ ਵਰਚੁਅਲ ਟੀਚਿੰਗ ਹੈ ਕਿ ਬੇਸਿਕਲੀ ਵਰਚੁਅਲ ਟੀਚਿੰਗ ਅਸੀਂ ਕਹਿੰਨੇ ਕਿਹਨੂੰ ਆ? ਵਰਚੁਅਲ ਟੀਚਿੰਗ ਪੜ੍ਹਾਉਣ ਦਾ ਉਹ ਤਜਰਬਾ ਹੈ ਜਿਸ ਵਿੱਚ ਸਿੱਖਿਆ ਸਧਾਰਨ ਤੋਂ ਸਧਾਰਨ ਟੈਕਨੋਲੋਜੀ ਦੀ ਵਰਤੋਂ ਕਰਕੇ, ਇਹਦੇ ਲਈ ਕੋਈ ਐਡਵਾਂਸ ਟੈਕਨੋਲੋਜੀ ਵਰਤਣ ਦੀ ਜ਼ਰੂਰਤ ਨਹੀਂ ਹੈ। ਸਧਾਰਨ ਤੋਂ ਸਧਾਰਨ ਟੈਕਨੋਲੋਜੀ ਦੀ ਵਰਤੋਂ ਕਰਕੇ, ਜਿਵੇਂ ਮੋਬਾਈਲ ਫੋਨ ਹੋ ਗਿਆ, ਸਾਡਾ ਕੰਪਿਊਟਰ ਹੋ ਗਿਆ, ਇੰਟਰਨੈਟ ਦੀ ਵਰਤੋਂ ਕਰਕੇ ਅਸੀਂ ਵਿਦਿਆਰਥੀਆਂ ਦੇ ਨਾਲ ਜੁੜਾਵ ਕਰਨਾ ਹੈ। ਔਰ ਇੱਕ ਆਨਲਾਈਨ ਪ੍ਰਕਿਰਿਆ ਹੈ। ਇਹਦੇ ਕਈ ਮਾਧਿਅਮ ਹੋ ਸਕਦੇ ਨੇ, ਚਾਹੇ ਤੁਸੀਂ WhatsApp ਨਾਲ ਜੁੜੋ, ਚਾਹੇ ਬ੍ਰੌਡਕਾਸਟ ਗਰੁੱਪ ਬਣਾਓ, Facebook ਦੇ ਰਾਹੀਂ, ਇੰਸਟਾਗ੍ਰਾਮ ਦੇ ਰਾਹੀਂ, ਗੂਗਲ ਗਰੁੱਪ ਦੇ ਰਾਹੀਂ, ਗੂਗਲ ਕਲਾਸਰੂਮ ਦੇ ਰਾਹੀਂ, ਜ਼ੂਮ ਇਨ ਮੀਟਿੰਗ ਕਰਕੇ, ਸਿਸਕੋ ਵੈਬਐਕਸ ਮੀਟਿੰਗ ਕਰਕੇ, ਕਾਨਫਰੰਸ ਐਪ ਦੇ ਰਾਹੀਂ ਰਿਕਾਰਡ ਕੀਤੇ ਲੈਕਚਰ ਨੂੰ YouTube ਦੇ ਉੱਤੇ ਪਾ ਕੇ ਲਾਈਵ ਲੈਕਚਰ ਦੇ ਕੇ ਆਦਿ ਕਈ ਸਾਡੇ ਕੋਲ ਮੈਥਡੋਲੋਜੀਜ਼ ਹੈ ਜਿਹਦੇ ਵਿੱਚ ਬਹੁਤ ਸਧਾਰਨ ਟੈਕਨੋਲੋਜੀ ਦੀ ਵਰਤੋਂ ਕਰਕੇ ਅਸੀਂ ਵਿਦਿਆਰਥੀਆਂ ਦੇ ਨਾਲ ਜੁੜ ਸਕਦੇ ਹਾਂ ਔਰ ਬਹੁਤ ਕੁਆਲੀਟੇਟਿਵ ਲੈਕਚਰ ਜਿਹੜੇ ਆ ਉਹ ਦੇ ਸਕਦੇ ਹਾਂ। ਔਰ ਬਹੁਤੀ ਟ੍ਰੇਨਿੰਗ ਦੀ ਵੀ ਇਹਦੀ ਲੋੜ ਨਹੀਂ। ਮੈਨੂੰ ਬਹੁਤ ਸਾਰੇ WhatsApp ਦੇ ਉੱਪਰ ਉਹ ਪਿਛਲੇ ਲੈਕਚਰਸ ਦੇ ਦੌਰਾਨ ਇਹ ਸਵਾਲ ਬਹੁਤ ਸਾਰੇ ਅਧਿਆਪਕਾਂ ਵੱਲੋਂ ਕੀਤੇ ਗਏ ਔਰ ਬਹੁਤ ਸੀਨੀਅਰ ਅਧਿਆਪਕਾਂ ਵੱਲੋਂ ਵੀ ਕੀਤੇ ਗਏ ਕਿ ਅਧਿਆਪਕ ਇਹਦੇ ਵਿੱਚ ਟ੍ਰੇਨਡ ਨਹੀਂ। ਦੋਸਤੋ, ਇਹਦੇ ਵਿੱਚ ਬਹੁਤੀ ਟ੍ਰੇਨਿੰਗ ਦੀ ਲੋੜ ਨਹੀਂ। ਇੱਕ ਸਧਾਰਨ ਅਭਿਆਸ ਕਰਕੇ ਤੁਸੀਂ ਟੈਕਨੋਲੋਜੀ ਨਾਲ ਜੁੜ ਕੇ, ਲੇਕਿਨ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਨੂੰ ਨਜ਼ਰੀਏ ਵਿੱਚ ਬਦਲਾਵ ਕਰਨਾ ਪਏਗਾ, ਆਪਣੇ ਨਜ਼ਰੀਏ ਵਿੱਚ ਬਦਲਾਵ ਕਰਨਾ ਪਏਗਾ, ਸਵੈ ਸ਼ਕਤੀ ਪੈਦਾ ਕਰਨੀ ਪਵੇਗੀ ਤਾਂ ਕਿ ਅਸੀਂ ਇਸ ਕੋਵਿਡ-19 ਦੀ ਸਥਿਤੀ ਦੇ ਵਿੱਚੋਂ ਨਿਕਲ ਸਕੀਏ ਔਰ ਵਿਦਿਆਰਥੀਆਂ ਨਾਲ ਜੁੜਾਵ ਸਾਡਾ ਬਣਿਆ ਰਹੇ। ਸੋ ਵਰਚੁਅਲ ਟੀਚਿੰਗ ਮੈਥਡੋਲੋਜੀ ਇੱਕ ਬਹੁਤ ਆਸਾਨ ਮੈਥਡੋਲੋਜੀ ਹੈ, ਬਹੁਤ ਸਸਤੀ ਮੈਥਡੋਲੋਜੀ ਹੈ। ਔਰ ਮੈਂ ਸਮਝਦਾ ਜਿਹੜੀ ਸਾਡੇ ਸਾਹਮਣੇ ਇਸ ਵੇਲੇ ਸਮੱਸਿਆ ਹੈ ਕਿ ਬਹੁਤ ਸਾਰੇ ਵਿਦਿਅਕ ਅਦਾਰਿਆਂ ਦੇ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਮਿਲਦਾ ਔਰ ਦਾਖਲਾ ਨਾ ਮਿਲਣ ਕਰਕੇ ਕਿਉਂਕਿ ਸਾਡੇ ਕੋਲ ਸੀਟਾਂ ਘੱਟ ਹੈ। ਲੇਕਿਨ ਜੇਕਰ ਅਸੀਂ ਵਰਚੁਅਲ ਟੀਚਿੰਗ ਮੈਥਡੋਲੋਜੀ ਅਪਣਾਵਾਂਗੇ, ਬਹੁਤ ਸਾਰੀਆਂ ਵਰਚੁਅਲ ਯੂਨੀਵਰਸਿਟੀਜ਼ ਦਾ ਵਿਕਾਸ ਹੋਵੇਗਾ, ਵਿਦਿਆਰਥੀ ਘਰ ਬੈਠੇ ਆਪਣੀ ਸਿੱਖਿਆ ਪ੍ਰਾਪਤ ਕਰ ਸਕਣਗੇ। ਕੋਈ ਵਿਦਿਆਰਥੀ ਹਾਇਰ ਐਜੂਕੇਸ਼ਨ ਜਾਂ ਸਕੂਲ ਐਜੂਕੇਸ਼ਨ ਲੈਣ ਤੋਂ ਸਖਣਾ ਨਹੀਂ ਰਹੇਗਾ। ਸੋ ਇਹ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਲੇਕਿਨ ਦੋਸਤੋ,
ਕੁਝ ਲੈਸਨਸ ਜਿਹੜੇ ਆ ਸਾਨੂੰ ਇਸ ਮੈਥਡੋਲੋਜੀ ਦੇ ਵਿੱਚੋਂ ਜਾਂ ਇਸ ਕੋਵਿਡ-19 ਦੀ ਸਿਚੁਏਸ਼ਨ ਦੇ ਵਿੱਚੋਂ ਲੈਣੇ ਪੈਣਗੇ। ਦੋਸਤੋ, ਚਾਹੇ ਡਿਜੀਟਲ ਟੈਕਨੋਲੋਜੀ ਦੇ ਨਾਲ ਅਸੀਂ ਵਿਦਿਆਰਥੀਆਂ ਤੱਕ ਪਹੁੰਚ ਕਰ ਰਹੇ ਹਾਂ, ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਉਹਨਾਂ ਤੱਕ ਕੋਰਸ ਪਹੁੰਚਾ ਰਹੇ ਹਾਂ, ਲੈਕਚਰ ਪਹੁੰਚਾ ਰਹੇ ਹਾਂ, ਉਹਨਾਂ ਨਾਲ ਜੁੜਾਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਡੀ ਜਿਹੜੀ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਐਕਸਲਰੇਟ ਹੋਈ ਹੈ, ਲੇਕਿਨ ਇਹਦੇ ਨਾਲ ਨਾਲ ਇੱਕ ਡਿਜੀਟਲ ਡਿਵਾਈਡ ਵੀ ਪੈਦਾ ਹੋ ਰਿਹਾ। ਬਹੁਤ ਸਾਰੇ ਵਿਦਿਆਰਥੀ ਇਹੋ ਜਿਹੇ ਹੈ। ਮੈਂ ਪਿੱਛੇ ਜੇ ਸਾਡੇ ਕਾਲਜ ਦੀ ਇੱਕ ਜ਼ੂਮ ਮੀਟਿੰਗ ਦੇ ਵਿੱਚ ਸਾਡੇ ਇੱਕ ਅਧਿਆਪਕ ਨੇ ਇਹ ਸਵਾਲ ਕੀਤਾ ਕਿ ਬਹੁਤ ਸਾਰੇ ਵਿਦਿਆਰਥੀ ਇਹੋ ਜਿਹੇ ਹੈ ਜਿਹੜੇ ਬਹੁਤ ਗਰੀਬ ਘਰਾਂ ਤੋਂ ਹੈ ਔਰ ਉਹਨਾਂ ਨੂੰ ਰੋਟੀ ਦੇ ਆਪਣੇ ਲਾਲੇ ਪਏ ਹੋਏ ਆ, ਉਹ ਕਿਸ ਤਰੀਕੇ ਦੇ ਨਾਲ ਡਿਜੀਟਲ ਟੈਕਨੋਲੋਜੀ ਨੂੰ ਜੁੜਨ। ਘਰ ਵਿੱਚ ਮੋਬਾਈਲ ਫੋਨ ਨਹੀਂ ਹੈ, ਸੋ ਬਹੁਤ ਸਾਰੇ ਵਿਦਿਆਰਥੀ ਪਿੱਛੇ ਰਹਿ ਗਏ ਆ। ਉਹਨਾਂ ਨੂੰ ਅਸੀਂ ਇਸ ਡਿਜੀਟਲ ਟੈਕਨੋਲੋਜੀ ਦੇ ਨਾਲ ਕਿਵੇਂ ਜੁੜਨਾ ਹੈ, ਕਿਵੇਂ ਜੋੜਨਾ ਹੈ? ਸਾਡੀਆਂ ਪੰਚਾਇਤ ਸੰਸਥਾਵਾਂ ਉਹਦੇ ਵਿੱਚ ਕੀ ਰੋਲ ਅਦਾ ਕਰ ਸਕਦੀਆਂ? ਸਾਡੇ ਪੰਚ ਤੇ ਸਰਪੰਚ ਕੀ ਰੋਲ ਅਦਾ ਕਰ ਸਕਦੇ ਆ? ਸਾਡੇ ਮਿਊਨਿਸਪਲ ਕਾਉਂਸਲਰ ਉਹਦੇ ਵਿੱਚ ਕੀ ਰੋਲ ਅਦਾ ਕਰ ਸਕਦੇ ਆ? ਸਾਡੇ ਐਮਐਲਏ ਸਾਹਿਬਾਨ ਉਹਦੇ ਵਿੱਚ ਕੀ ਰੋਲ ਅਦਾ ਕਰ ਸਕਦੇ ਆ? ਇਸ ਡਿਜੀਟਲ ਡਿਵਾਈਡ ਨੂੰ ਪਾੜਨ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਏਗਾ। ਜਿੱਥੇ ਅਸੀਂ ਆਟਾ, ਦਾਲ, ਰਾਸ਼ਨ ਦੀ ਵੰਡ ਕਰ ਰਹੇ ਹਾਂ, ਉੱਥੇ ਹੀ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਸੋਚਣਾ ਪਏਗਾ ਕਿ ਕੋਈ ਐਸੇ ਪਲੇਟਫਾਰਮ ਅਸੀਂ ਸਥਾਪਿਤ ਕਰੀਏ ਪਿੰਡਾਂ ਦੇ ਵਿੱਚ, ਛੋਟੀਆਂ ਲੋਕੈਲਿਟੀ ਦੇ ਵਿੱਚ, ਜਿੱਥੇ ਗਰੀਬ ਘਰਾਂ ਦੇ ਲੋਕ ਰਹਿੰਦੇ ਨੇ, ਝੁੱਗੀਆਂ ਦੇ ਵਿੱਚ, ਜਿੱਥੇ ਮੋਬਾਈਲ ਫੋਨ ਦੀ ਅਵੇਲੇਬਿਲਿਟੀ ਨਹੀਂ ਹੈ, ਉੱਥੇ ਵਿਦਿਆਰਥੀ ਕਿਵੇਂ ਪੜ੍ਹਨ, ਉਹਨਾਂ ਤੱਕ ਟੈਕਨੋਲੋਜੀ ਕਿਵੇਂ ਲੈ ਕੇ ਜਾਈਏ। ਇੱਥੇ ਸੰਸਥਾਵਾਂ ਦੀ ਲੋੜ ਹੈ, ਉਹ ਸੰਸਥਾਵਾਂ ਇਸ ਪਾਸੇ ਵੀ ਕੰਮ ਕਰਨ। ਸਾਡੇ ਸਿਸਟਮ ਵਿੱਚ ਅਤੇ ਢਾਂਚੇ ਵਿੱਚ ਅਜਿਹੇ ਬਦਲਾਅ ਕਰਨੇ ਪੈਣਗੇ ਜਿਸ ਨਾਲ ਇਹ ਡਿਜੀਟਲ ਖਾਪੇ ਖਤਮ ਹੋ ਜਾਣ। ਇਸੇ ਤਰ੍ਹਾਂ ਸਾਨੂੰ ਐਜੂਕੇਸ਼ਨ ਦੇ ਵਿੱਚ ਹੁਣ ਤੱਕ ਅਸੀਂ ਇਹ ਸੋਚਦੇ ਆਏ ਹਾਂ ਕਿ ਇਨਫਰਾਸਟ੍ਰਕਚਰ ਅਸੀਂ ਪੈਦਾ ਕਰਨਾ ਤਾਂ ਕਿ ਵਿਦਿਆਰਥੀ ਸਕੂਲਾਂ, ਕਾਲਜਾਂ ਦੇ ਵਿੱਚ ਪੜ੍ਹ ਸਕਣ। ਸੋ ਇੱਥੇ ਇਨਵੈਸਟਮੈਂਟ ਇਨ ਐਜੂਕੇਸ਼ਨ ਦੇ ਨਾਲ ਨਾਲ ਇਨਵੈਸਟਮੈਂਟ ਇਨ ਵੈਲਬੀਇੰਗ ਸਾਨੂੰ ਕਰਨੀ ਪਏਗੀ, ਕਿਉਂਕਿ ਹੁਣ ਕੋਵਿਡ-19 ਦੀ ਸਥਿਤੀ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਇੱਕ ਬਹੁਤ ਵੱਡਾ ਸਵਾਲ ਹੈ। ਵਿਦਿਆਰਥੀਆਂ ਦੀ ਸਿਹਤ ਦਾ ਸਾਨੂੰ ਖਿਆਲ ਰੱਖਣਾ ਪੈਣਾ। ਸੋ ਇਹ ਵੀ ਇਨਵੈਸਟਮੈਂਟ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਹੋਣਾ ਚਾਹੀਦਾ। ਔਰ ਸਾਨੂੰ ਇਹ ਸਮਝਣਾ ਹੋਵੇ ਕਿ ਗਿਆਨ ਦਾ ਪ੍ਰਸਾਰ ਕੇਵਲ ਟੈਸਟ ਸਕੋਰ ਜਾਂ ਨੰਬਰ ਪ੍ਰਾਪਤ ਕਰਨ ਨਾਲ ਨਹੀਂ ਹੁੰਦਾ, ਬਲਕਿ ਸਾਨੂੰ ਵਿਦਿਆਰਥੀਆਂ ਦੀ ਮਨੋਸਥਿਤੀ ਤੇ ਉਹਨਾਂ ਦੀ ਇਮੋਸ਼ਨਲ ਰਿਐਲਿਟੀ ਵੱਲ ਵੀ ਧਿਆਨ ਦੇਣਾ ਪਵੇਗਾ। ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਯੂਨੀਸੈਫ ਦੀ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਸਾਡੇ ਮੱਧ ਵਰਗੀ ਦੇਸ਼ ਨੇ, ਘੱਟ ਇਨਕਮ ਤੇ ਮੱਧ ਵਰਗ ਵਾਲੇ ਇਨਕਮ ਵਾਲੇ ਦੇਸ਼ ਨੇ, ਉਹਨਾਂ ਦੇ ਵਿੱਚ 57% ਬੱਚੇ ਇਹੋ ਜਿਹੇ ਹੈ ਜਿਹੜੇ 10 ਸਾਲ ਤੱਕ ਹਾਲੇ ਪੜ੍ਹਨਾ ਤੇ ਸਮਝਣਾ ਨਹੀਂ ਚੰਗੀ ਤਰ੍ਹਾਂ ਜਾਣਦੇ। ਸੋ ਉਹਨਾਂ ਵਿਦਿਆਰਥੀਆਂ ਦੀ ਫਿਕਰ ਵੀ ਅਸੀਂ ਕਰਨੀ ਹੈ। ਸੋ ਰਿਮੋਟ ਲਰਨਿੰਗ ਸਟ੍ਰੈਟਜੀ ਸਾਨੂੰ ਬਣਾਉਣੀਆਂ ਪੈਣਗੀਆਂ। ਇਹ ਨਹੀਂ ਹੈ ਕਿ ਅਸੀਂ ਸਿਰਫ ਉਹਨਾਂ ਵਿਦਿਆਰਥੀਆਂ ਵਾਸਤੇ ਹੀ ਲੈਕਚਰ ਦਿੰਦੇ ਰਹੀਏ ਜਾਂ ਡਿਜੀਟਲ ਟੈਕਨੋਲੋਜੀ ਦੇ ਨਾਲ ਜੁੜਦੇ ਰਹੀਏ ਜਿਹੜੇ ਸੰਪੰਨ ਨੇ, ਜਿਨ੍ਹਾਂ ਕੋਲੇ ਟੈਕਨੋਲੋਜੀ ਹੈ। ਜਿਨ੍ਹਾਂ ਕੋਲੇ ਟੈਕਨੋਲੋਜੀ ਨਹੀਂ ਹੈ ਉਹਨਾਂ ਵਾਸਤੇ ਸਾਡੇ ਪੰਚ ਸਾਹਿਬਾਨ, ਸਰਪੰਚ ਸਾਹਿਬਾਨ, ਸਾਡੇ ਮਿਊਨਿਸਪਲ ਕਾਉਂਸਲਰ ਜਾਂ ਜਿਹੜੇ ਜ਼ਮੀਨ ਪੱਧਰ ਦੇ ਉੱਤੇ ਸਾਡੀ ਲੀਡਰਸ਼ਿਪ ਹੈ, ਉਹਨੂੰ ਅੱਗੇ ਆਉਣਾ ਪਏਗਾ ਤਾਂ ਕਿ ਇਹ ਪਿੰਡ ਦੇ ਵਿੱਚ ਪਤਾ ਕੀਤਾ ਜਾ ਸਕੇ ਕਿ ਕੋਈ ਐਸਾ ਗਰੀਬ ਦਾ ਵਿਦਿਆਰਥੀ ਹੈ ਜਿਹੜਾ ਆਨਲਾਈਨ ਪੜ੍ਹ ਨਹੀਂ ਸਕਿਆ, ਉਹਦੇ ਕੋਲ ਟੈਕਨੋਲੋਜੀ ਨਹੀਂ ਹੈ। ਕਿਰਪਾ ਕਰਕੇ ਉਹਨੂੰ ਰੋਟੀ ਦੇਣ ਦੇ ਨਾਲ ਨਾਲ, ਰੋਟੀ ਜਾਂ ਰਾਸ਼ਨ ਪਹੁੰਚਾਉਣ ਦੇ ਨਾਲ, ਉਹ ਟੈਕਨੋਲੋਜੀ ਦਾ ਇੱਕ ਛੋਟਾ ਜਿਹਾ ਐਂਡਰੋਇਡ ਫੋਨ ਵੀ ਪਹੁੰਚਾ ਦਿਓ ਤਾਂ ਕਿ ਉਹ ਵੀ ਮਿਲ ਕੇ ਉਸ ਚੀਜ਼ ਨੂੰ ਪੜ੍ਹ ਸਕਣ। ਇਹ ਲੈਸਨ ਸਾਨੂੰ ਇਸ ਸਾਰੇ ਕੁਝ ਤੋਂ ਲੈਣਾ ਪਏਗਾ। ਹੁਣ ਤੱਕ ਜੋ ਅਧਿਆਪਕਾਂ ਨੇ ਕੀਤਾ, ਮੈਂ ਪਹਿਲਾਂ ਵੀ ਕਿਹਾ ਕਿ ਸਾਡੇ ਅਧਿਆਪਕਾਂ ਨੇ ਬਹੁਤ ਕੋਸ਼ਿਸ਼ ਕੀਤੀ। ਮੈਂ ਸਲਾਮ ਕਰਦਾ ਸਾਰੀ ਅਧਿਆਪਕ ਕਮਿਊਨਿਟੀ ਨੂੰ ਕਿ ਉਹ ਲਾਕਡਾਊਨ ਹੋਣ ਦੇ ਬਾਵਜੂਦ ਵੀ, ਮੇਰੇ ਘਰ ਦੇ ਵਿੱਚ ਵੀ ਮੇਰੀ ਵਾਈਫ ਅਧਿਆਪਕ ਹੈ, ਮੈਂ ਦੇਖਦਾ ਰੋਜ਼ ਸਕੂਲਾਂ ਦੇ ਵਿੱਚ ਲੱਗੇ ਰਹਿੰਦੇ ਆ, ਰੋਜ਼ ਬੱਚਿਆਂ ਨੂੰ ਕੰਮ ਵੀ ਭੇਜਿਆ ਜਾ ਰਿਹਾ, ਉਹਨਾਂ ਕੋਲੋਂ ਫੀਡਬੈਕ ਵੀ ਲਈ ਜਾ ਰਹੀ ਹੈ। ਕ੍ਰਿਸ਼ਨ ਕੁਮਾਰ ਜੀ ਨੂੰ ਹੈਟਸ ਆਫ, ਜਿਨ੍ਹਾਂ ਨੇ ਪੂਰੀ ਤਰ੍ਹਾਂ ਮੋਟੀਵੇਟ ਕੀਤਾ ਹੋਇਆ ਸਾਰੇ ਅਧਿਆਪਕਾਂ ਨੂੰ ਕਿ ਵਿਦਿਆਰਥੀਆਂ ਨਾਲ ਜੁੜੋ। ਲੇਕਿਨ ਜੋ ਕੁਝ ਇਹ ਹੋਇਆ ਦੋਸਤੋ, ਇਹ ਸੁਨਿਯੋਜਿਤ ਨਹੀਂ ਸੀ। ਇਹਦੇ ਵਾਸਤੇ ਕੋਈ ਯੋਜਨਾ ਨਹੀਂ ਅਸੀਂ ਬਣਾ ਸਕੇ। ਇਸੇ ਕਰਕੇ ਸ਼ਾਇਦ ਕਿਤੇ ਗੁਣਵੱਤਾ ਦੇ ਵਿੱਚ ਘਾਟ ਹੈ। ਉਹ ਗੁਣਵੱਤਾ ਦੇ ਵਿੱਚ ਸੁਧਾਰ ਅਸੀਂ ਕਿਵੇਂ ਕਰਨਾ ਹੈ, ਉਹਦੇ ਵਿੱਚ ਅਸੀਂ ਇਹ ਬਹੁਤ ਜ਼ਰੂਰੀ ਸਾਨੂੰ ਇਹ ਧਿਆਨ ਦੇਣਾ ਪਏਗਾ। ਪਰ ਇੱਕ ਚੰਗੀ ਸ਼ੁਰੂਆਤ ਹੋ ਗਈ ਹੈ ਔਰ ਮੈਂ ਫਿਰ ਦੁਬਾਰਾ ਅਧਿਆਪਕ ਵਰਗ ਨੂੰ ਸਲਾਮ ਕਰਦਾ। ਦੋਸਤੋ, ਵਿਦਿਆਰਥੀ ਸਾਡੇ ਕੋਲ ਨਹੀਂ ਆ ਰਹੇ, ਲੇਕਿਨ ਵਿਦਿਆਰਥੀ ਆਪਣੇ ਮਾਪਿਆਂ ਦੇ ਕੋਲ ਬੈਠੇ। ਇੱਥੇ ਹੁਣ ਮਾਪਿਆਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੋ ਜਾਂਦੀ ਹੈ, ਕਿਉਂਕਿ ਜਦੋਂ ਬੱਚਾ ਸਕੂਲ ਜਾਂਦਾ ਸੀ, ਕਾਲਜ ਜਾਂਦਾ ਸੀ, ਉਹਦੀ ਮਨੋਵ੍ਰਿਤੀ ਦੇ ਵਿੱਚ ਅਧਿਆਪਕ ਦਾ ਵੀ ਕੰਟਰੋਲ ਹੁੰਦਾ ਸੀ ਔਰ ਅਧਿਆਪਕ ਇੱਕ ਨੁਮਾਇਆਂ ਰੋਲ ਅਦਾ ਕਰਦਾ ਸੀ। ਹੁਣ ਅਧਿਆਪਕ ਨਾਲੋਂ ਟੁੱਟੇ ਹੋਏ ਨੇ, ਉਹ ਸਿਰਫ ਟੈਕਨੋਲੋਜੀ ਦੇ ਨਾਲ ਸਾਡੇ ਜੁੜਦੇ ਆ। ਪਰਸਨਲ ਇੰਟਰੈਕਸ਼ਨ ਸਾਡੇ ਨਾਲ ਖਤਮ ਹੋ ਗਈ ਹੈ। ਹੁਣ ਤੁਸੀਂ ਜਿਹੜੇ ਮਾਪੇ ਹੋ ਘਰ ਦੇ ਵਿੱਚ, ਤੁਸੀਂ ਉਹਨਾਂ ਦੇ ਅਧਿਆਪਕ ਵੀ ਹੋ, ਕਿਉਂਕਿ ਮੈਂ ਦੇਖਿਆ ਕਿ ਜ਼ਿੰਦਗੀ ਦੇ ਵਿੱਚ ਸਾਡਾ ਪਹਿਲਾ ਅਧਿਆਪਕ ਸਾਡੇ ਮਾਪੇ ਹੀ ਹੁੰਦੇ ਨੇ। ਅੱਜ ਤੁਹਾਡਾ ਰੋਲ ਦੁੱਗਣਾ ਹੋ ਗਿਆ।
ਅੱਜ ਤੁਸੀਂ ਸਕੂਲਾਂ ਕਾਲਜਾਂ ਦੇ ਅਧਿਆਪਕ ਵੀ ਦਾ ਰੋਲ ਵੀ ਅਦਾ ਕਰਨਾ ਹੈ ਤੇ ਨਾਲ ਆਪਣੇ ਮਾਪਿਆਂ ਦਾ ਅਧਿਆਪਕ ਦਾ ਰੋਲ ਵੀ ਅਦਾ ਕਰਨਾ ਹੈ। ਸੋ ਇਹ ਮਹੱਤਵਪੂਰਨ ਭੂਮਿਕਾ ਤੁਹਾਡੀ ਬਣਦੀ ਹੈ ਕਿ ਤੁਸੀਂ ਮੁੱਢਲੇ ਅਧਿਆਪਕ ਦੇ ਤੌਰ ਦੇ ਉੱਤੇ ਆਪਣੇ ਬੱਚਿਆਂ ਦੇ ਮਨੋਬਲ ਨੂੰ ਬਣਾਓ, ਕਿਉਂਕਿ ਤੁਸੀਂ ਹੀ ਸਹਾਈ ਹੋ ਸਕਦੇ ਹੋ। ਉਹਨਾਂ ਦੇ ਦੋਸਤ ਬਣੋ, ਉਹਨਾਂ ਦੇ ਗਾਈਡ ਬਣੋ ਔਰ ਟੈਕਨੋਲੋਜੀ ਦੇ ਨਾਲ ਉਹਨਾਂ ਨੂੰ ਜੋੜੋ। ਔਖੇ ਸੌਖੇ ਹੋ ਕੇ 2 ਰੋਟੀਆਂ ਘੱਟ ਖਾ ਲਿਆ ਜੇ, ਲੇਕਿਨ ਜੇ ਟੈਕਨੋਲੋਜੀ ਦੀ ਘਾਟ ਹੈ ਜਿਹਦੇ ਕਰਕੇ ਤੁਹਾਡਾ ਬੱਚਾ ਨਹੀਂ ਪੜ੍ਹ ਪਾ ਰਿਹਾ, ਤੇ ਕਿਰਪਾ ਕਰਕੇ ਕੋਸ਼ਿਸ਼ ਕਰੋ ਕਿ ਇਹ ਵਿਦਿਆਰਥੀ ਟੈਕਨੋਲੋਜੀ ਤੋਂ ਸੱਖਣੇ ਹੋ ਕੇ ਕਿਤੇ ਪੜ੍ਹਨੋਂ ਨਾ ਰਹਿ ਜਾਣ, ਕਿਉਂਕਿ ਆਉਣ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੋ ਰਿਹਾ ਹੈ। ਟੈਕਨੋਲੋਜੀ ਤੋਂ ਸੱਖਣੇ ਵਿਦਿਆਰਥੀ ਜ਼ਿੰਦਗੀ ਦੇ ਵਿੱਚ ਰਾਹ ਪ੍ਰਾਪਤ ਕਰ ਸਕਣਗੇ ਜਾਂ ਨਹੀਂ ਕਰ ਸਕਣਗੇ, ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਇੱਥੇ ਮੈਂ ਇਹ ਵੀ ਕਹਾਂਗਾ ਕਿ ਸਾਡੇ ਵਿਦਿਅਕ ਪ੍ਰਸ਼ਾਸਨ ਨੂੰ ਵੀ ਬਹੁਤ ਕੁਝ ਬਦਲਣ ਦੀ ਲੋੜ ਹੈ। ਸਾਡੇ ਵਿਦਿਅਕ ਪ੍ਰਸ਼ਾਸਨ ਨੂੰ ਆਪਣਾ ਨਜ਼ਰੀਆ ਬਦਲਣਾ ਪਏਗਾ, ਉਹਦੇ ਵਿੱਚ ਬਹੁਤ ਵੱਡੀ ਤਬਦੀਲੀ ਲਿਆਉਣੀ ਪਏਗੀ। ਐਜੂਕੇਸ਼ਨ ਨੂੰ ਇੱਕ ਕੋਰ ਸੈਕਟਰ ਮੰਨਣਾ ਪਏਗਾ। ਅਸੀਂ ਹੁਣ ਤੱਕ 4.5 ਤੋਂ 5% ਜਾਂ 5.5% ਹੀ ਐਨੂਅਲ ਬਜਟ ਦਾ ਰਾਜ ਸਰਕਾਰਾਂ ਵੀ ਔਰ ਕੇਂਦਰ ਸਰਕਾਰ ਵੀ ਦਿੰਦੀਆਂ ਆ ਰਹੀਆਂ, ਲੇਕਿਨ ਮਹੱਤਵਪੂਰਨ ਹੋ ਜਾਂਦਾ ਕਿ ਇਹਨੂੰ ਵਧਾਇਆ ਜਾਵੇ। ਆਪਣੇ ਨਜ਼ਰੀਏ ਦੇ ਵਿੱਚ, ਸਿੱਖਿਆ ਦੇ ਪ੍ਰਤੀ ਨਜ਼ਰੀਏ ਦੇ ਵਿੱਚ ਤਬਦੀਲੀ ਲਿਆਂਦੀ ਜਾਵੇ। ਅਧਿਆਪਕ ਦਾ ਸਹਾਇਕ ਬਣੇ ਇਹ ਸਾਡਾ ਵਿਦਿਅਕ ਪ੍ਰਸ਼ਾਸਨ। ਅਧਿਆਪਕ ਦੇ ਉੱਤੇ ਬੌਸ ਬਣ ਕੇ ਉਹਦੀਆਂ ਗਤੀਵਿਧੀਆਂ ਨੂੰ ਕੰਟਰੋਲ ਜਾਂ ਅੰਕੁਸ਼ ਲਗਾਉਣ ਦੀ ਕੋਸ਼ਿਸ਼ ਨਾ ਕਰੇ, ਉਹਦੇ ਤੇ ਬੋਝ ਨਾ ਬਣੇ। ਇਹ ਸਾਡਾ ਵਿਦਿਅਕ ਪ੍ਰਸ਼ਾਸਨ ਉਹਦਾ ਇੱਕ ਸਹਾਇਕ ਬਣ ਕੇ ਕੰਮ ਕਰੇ। ਸਾਨੂੰ ਆਪਣੇ ਵਤੀਰੇ ਦੇ ਵਿੱਚ ਤਬਦੀਲੀ ਲਿਆਉਣੀ ਪਏਗੀ। ਵਤੀਰੇ ਸਾਡੀ ਵਿਦਿਅਕ ਪ੍ਰਸ਼ਾਸਨ ਦੇ ਹਰ ਵਰਗ ਨੂੰ ਇਹਦੇ ਤੇ ਤਬਦੀਲੀ ਲਿਆਉਣੀ ਪਏਗੀ, ਕਿਉਂਕਿ ਅਟਮੋਸਟ ਇੰਪੋਰਟੈਂਸ, ਚਾਹੇ ਉਹ ਸਿੱਖਿਆ ਮੰਤਰੀ ਹੈ, ਚਾਹੇ ਉਹ ਸਿੱਖਿਆ ਸਕੱਤਰ ਹੈ, ਚਾਹੇ ਉਹ ਡਾਇਰੈਕਟਰ ਸਿੱਖਿਆ ਵਿਭਾਗ ਹੈ, ਚਾਹੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨੇ, ਦੇ ਆਰ ਆਲ ਅਸਿਸਟੈਂਟਸ ਟੂ ਦ ਟੀਚਰਸ। ਉਹ ਟੀਚਰਸ ਦੇ ਇੱਕ ਸਹਾਇਕ ਦੇ ਰੂਪ ਦੇ ਵਿੱਚ ਨੇ, ਕਿਉਂਕਿ ਮੁੱਢਲੀ ਜੋ ਸੇਵਾ ਹੈ ਵਿਦਿਆਰਥੀਆਂ ਤੱਕ ਪਹੁੰਚਾਉਣੀ ਹੈ, ਉਹ ਅਧਿਆਪਕ ਨੇ ਪਹੁੰਚਾਉਣੀ ਹੈ। ਸੋ ਇਹਨਾਂ ਅਧਿਆਪਕਾਂ ਦੇ ਪ੍ਰਤੀ ਆਪਣਾ ਨਜ਼ਰੀਆ ਚੇਂਜ ਕਰੋ, ਉਹਨਾਂ ਤੇ ਦਬਾਅ ਨਾ ਪਾਓ, ਉਹਨਾਂ ਨੂੰ ਖੁਸ਼ ਰੱਖ ਕੇ, ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਲਈਆਂ ਜਾਣ। ਸੋ ਸ਼ਲਾਘਾ ਦੀਆਂ ਪ੍ਰਵਿਰਤੀਆਂ ਕਾਇਮ ਕਰੋ। ਜੇ ਕੋਈ ਅਧਿਆਪਕ ਬਹੁਤ ਵਧੀਆ ਕੰਮ ਕਰਦਾ ਹੈ ਉਹਨੂੰ ਐਪਰੀਸ਼ੀਏਟ ਕਰੋ, ਜਿਹੜਾ ਨਹੀਂ ਅੱਛੀ ਤਰ੍ਹਾਂ ਕੰਮ ਕਰ ਰਿਹਾ ਉਹਨੂੰ ਮੋਟੀਵੇਟ ਕਰੋ, ਲੇਕਿਨ ਉਹਦੇ ਤੇ ਕੋਈ ਇੰਪੀਚਮੈਂਟ ਜਾਂ ਉਹਦੇ ਤੇ ਕੋਈ ਦਬਾਅ ਪਾ ਕੇ ਉਹਨੂੰ ਅਧਿਆਪਕ ਤੋਂ ਸੱਖਣਾ ਨਾ ਕਰੋ। ਸੋ ਪਾਲਿਸੀ ਮੇਕਰਸ ਜਿਹੜੇ ਨੇ ਉਹ ਅਧਿਆਪਕਾਂ ਵਿਚਾਲੇ ਔਰ ਪ੍ਰਸ਼ਾਸਨ ਦੇ ਵਿਚਾਲੇ ਇੱਕ ਕੜੀ ਹੁੰਦੇ ਨੇ। ਵਿਦਿਆਰਥੀ ਜਿਹੜੇ ਨੇ ਉਹ ਅਧਿਆਪਕਾਂ ਦੇ ਉੱਤੇ ਨਿਰਭਰ ਕਰਦੇ ਆ। ਸੋ ਪਾਲਿਸੀ ਮੇਕਰਸ ਨੂੰ ਔਰ ਅਧਿਆਪਕਾਂ ਨੂੰ ਇੱਕ ਕੜੀ ਦੇ ਰੂਪ ਵਿੱਚ ਕੰਮ ਕਰਨਾ ਚਾਹੀਦਾ। ਸਾਨੂੰ ਇੱਕ ਐਸਾ ਵਿਦਿਅਕ ਮਾਹੌਲ ਸਿਰਜਣ ਦੀ ਲੋੜ ਹੈ ਜਿੱਥੇ ਪ੍ਰਸ਼ਾਸਕ ਖੁਦ ਵੀ ਪੜਾਉਣ। ਔਰ ਮੈਂ ਸਮਝਦਾ ਕਿ ਹਰੇਕ ਸਕੂਲ ਔਰ ਕਾਲਜਸ ਦੇ ਪ੍ਰਿੰਸੀਪਲ ਨੂੰ, ਸਾਡੇ ਰੂਲ ਬੁੱਕ ਦੇ ਵਿੱਚ ਵੀ ਲਿਖਿਆ ਹੋਇਆ ਕਿ ਕਾਲਜਸ ਤੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵੀ ਘੱਟੋ ਘੱਟ ਇੱਕ ਪੀਰੀਅਡ ਜਿਹੜਾ ਜ਼ਰੂਰ ਲੈਣਾ ਚਾਹੀਦਾ ਹੈ। ਉਹਨਾਂ ਨੂੰ ਵੀ ਟੈਕਨੋਲੋਜੀ ਨਾਲ ਜੁੜ ਕੇ ਰੋਲ ਮਾਡਲ ਬਣੋ ਤਾਂ ਕਿ ਵਿਦਿਆਰਥੀਆਂ ਤੱਕ ਉਹ ਪਹੁੰਚਣ, ਤਾਂ ਹੀ ਅਧਿਆਪਕ ਜਿਹੜਾ ਉਹ ਮੋਟੀਵੇਟ ਹੋ ਸਕੇਗਾ। ਇਸੇ ਤਰ੍ਹਾਂ ਸਾਡੇ ਪਾਲਿਸੀ ਮੇਕਰ ਜਿਵੇਂ ਯੂਨੀਵਰਸਿਟੀਆਂ ਨੇ, ਉਚੇਰੀ ਸਿੱਖਿਆ ਵਿਭਾਗ ਹੈ, ਵਿਦਿਅਕ ਮਾਹਰਾਂ ਦੀਆਂ ਕਮੇਟੀਆਂ ਨੇ, ਬੋਰਡ ਆਫ ਸਟੱਡੀਜ਼ ਦੇ ਜਿਹੜੇ ਡਿਫਰੈਂਟ ਮੈਂਬਰਸ ਨੇ, ਉਹਨਾਂ ਨੂੰ ਵੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਕਿ ਅਧਿਆਪਕ ਦੀ ਗੁਣਵੱਤਾ ਦੇ ਵਿੱਚ ਕਿਵੇਂ ਨਿਖਾਰ ਲਿਆਈਏ। ਇਸੇ ਤਰ੍ਹਾਂ ਉਹਨਾਂ ਨੂੰ ਕਿਹੜੀਆਂ ਸਹੂਲਤਾਂ ਦੀ ਲੋੜ ਹੈ, ਉਹਨਾਂ ਦੇ ਅੰਦਰ ਇੱਕ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਕਿ ਇਹ ਟੈਕਨੋਲੋਜੀ ਨਾਲ ਜੁੜਨਾ ਸੰਭਵ ਹੈ, ਤੁਸੀਂ ਵਿਦਿਆਰਥੀਆਂ ਦੀ ਸੇਵਾ ਕਰ ਸਕਦੇ ਹੋ। ਇਹਦੇ ਬਾਰੇ ਸਾਨੂੰ ਵਿਚਾਰ ਕਰਨਾ ਚਾਹੀਦਾ। ਆਨਲਾਈਨ ਟੈਸਟਿੰਗ ਆਫ ਸਟੂਡੈਂਟਸ ਕਰਨ ਵਾਸਤੇ ਸਾਨੂੰ ਕੋਈ ਨਾ ਕੋਈ ਉਪਰਾਲੇ ਕਰਨੇ ਪੈਣਗੇ। ਵਿਸ਼ਵ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੇ ਆਨਲਾਈਨ ਐਗਜ਼ਾਮੀਨੇਸ਼ਨ ਲੈਣੀ ਸ਼ੁਰੂ ਕਰ ਦਿੱਤੇ ਹੈ, ਲੇਕਿਨ ਇੱਕ ਮਹੱਤਵਪੂਰਨ ਚੀਜ਼ ਜਿਹੜੀ ਉਹ ਇਹ ਹੈ ਕਿ ਅਧਿਆਪਕਾਂ ਵੱਲੋਂ ਆਂਤਰਿਕ ਮੁਲਾਂਕਣ ਤੇ ਭਰੋਸਾ ਕੀਤਾ ਜਾਵੇ, ਉਸ ਦੀ ਪਾਰਦਰਸ਼ਤਾ ਦੇ ਤਰੀਕੇ ਲੱਭੇ ਜਾਣ। ਅੱਜ ਮੈਂ ਦੇਖਿਆ ਕਿ ਸਾਡੀਆਂ ਯੂਨੀਵਰਸਿਟੀਆਂ, ਸਾਡੀਆਂ ਇੰਸਟੀਟਿਊਸ਼ਨਸ ਅਧਿਆਪਕਾਂ ਤੇ ਵਿਸ਼ਵਾਸ ਨਹੀਂ ਕਰਦੀਆਂ। ਸੋ ਜੇਕਰ ਅਧਿਆਪਕ ਤੁਹਾਨੂੰ ਮੁਲਾਂਕਣ ਕਰਕੇ ਭੇਜਦਾ, ਉਸ ਦੀ ਰੈਸ਼ਨੈਲਿਟੀ ਦੇ ਉੱਤੇ ਕੁਐਸਚਨ ਮਾਰਕ ਨਾ ਲਗਾਓ। ਸੋ ਸਾਨੂੰ ਕਰਿਕੂਲਮ ਦੇ ਵਿੱਚ ਇਨੋਵੇਸ਼ਨਸ ਲਿਆਉਣ ਦੀ ਲੋੜ ਹੈ। ਵਰਚੁਅਲ ਯੂਨੀਵਰਸਿਟੀਆਂ ਦੀ ਸਥਾਪਨਾ ਕਰਨੀ ਚਾਹੀਦੀ ਹੈ। ਕੰਮ ਨਾਲ ਪੜ੍ਹਾਈ, ਅਰਨ ਵਾਈਲ ਯੂ ਲਰਨ, ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ, ਇਹਦੇ ਬਾਰੇ ਵੀ ਸਾਨੂੰ ਸੋਚਣਾ ਪਏਗਾ। ਹਰ ਕਾਲਜ ਵਿੱਚ ਆਫਲਾਈਨ ਦੇ ਨਾਲ ਵਰਚੁਅਲ ਪੜ੍ਹਾਈ ਅਤੇ ਡਿਗਰੀ ਦਾ ਆਪਸ਼ਨ ਵੀ ਹੋਣਾ ਚਾਹੀਦਾ ਹੈ, ਤਾਂ ਹੀ ਅਸੀਂ ਅਗਲੇ ਭਵਿੱਖ ਦੇ ਵਿੱਚ ਜਾ ਸਕਦੇ ਹਾਂ। ਸਾਡੇ ਸਮਾਜ ਨੂੰ ਵੀ ਇੱਕ ਬਹੁਤ ਮਹੱਤਵਪੂਰਨ ਰੋਲ ਇੱਥੇ ਅਦਾ ਕਰਨਾ ਪਏਗਾ। ਦੋਸਤੋ, ਸਮਾਜ ਨੂੰ ਸਿੱਖਿਆ ਦੇ ਪ੍ਰਤੀ ਆਪਣਾ ਨਜ਼ਰੀਆ ਬਦਲਣਾ ਪਵੇਗਾ। ਟੀਚਰਸ ਨੂੰ ਇੱਜ਼ਤ ਦਿਓਗੇ, ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਇੱਜ਼ਤ ਦਿਓਗੇ, ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਇੱਕ ਮੰਦਿਰ ਦੀ ਤਰ੍ਹਾਂ ਜਾਣੋ। ਅਸੀਂ ਰੋਜ਼ ਮੱਥਾ ਟੇਕਣ ਜਾਂਦੇ ਹਾਂ, ਕੋਈ ਗੁਰਦੁਆਰੇ ਜਾਂਦਾ ਹੈ, ਕੋਈ ਮੰਦਿਰ ਜਾਂਦਾ ਹੈ, ਕੋਈ ਗਿਰਜੇ ਜਾਂਦਾ ਹੈ, ਕੋਈ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਅਦਾ ਕਰਦਾ ਹੈ, ਤੇ ਉੱਥੇ ਅਸੀਂ ਦਸਵੰਧ ਕੱਢ ਕੇ ਪੈਸੇ ਚੜਾਉਂਦੇ ਆ। ਦੋਸਤੋ, ਸਭ ਤੋਂ ਵੱਡਾ ਮੰਦਿਰ ਜੇ ਕੋਈ ਹੋ ਸਕਦਾ ਤੇ ਉਹ ਸਾਡੇ ਵਿਦਿਅਕ ਅਦਾਰੇ ਹੈ। ਸੋ Put on my sorry, I'm chilling. Without the stars on
ਬਾਕੀ ਹੈ। ਸਿੱਖਿਆ ਨੂੰ ਸਿਰਫ ਕਮਾਉਣ ਲਈ ਨਹੀਂ, ਜਿਉਣ ਲਈ ਲਾਜ਼ਮੀ ਸਮਝਣਾ ਪਵੇਗਾ। ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦੇ ਪ੍ਰਤੀ ਸਾਨੂੰ ਆਪਣਾ ਨਜ਼ਰੀਆ ਬਦਲਣਾ ਪਵੇਗਾ। ਹਾਲੇ ਤਾਂ ਅਸੀਂ 2 ਗਜ਼ ਜ਼ਮੀਨ ਮਾਪੀ ਹੈ, ਹਾਲੇ ਅਸਮਾਨ ਨੂੰ ਮਾਪਣਾ ਬਹੁਤ ਜ਼ਰੂਰੀ ਹੈ। ਸੋ ਇਹ ਇੱਕ ਸਿਨੈਰੀਓ ਜਿਹੜਾ ਸਾਡਾ ਐਜੂਕੇਸ਼ਨਲ ਇੰਸਟੀਟਿਊਸ਼ਨ ਦਾ ਬਣ ਰਿਹਾ, ਉਹਦੇ ਬਾਰੇ ਮੈਂ ਤੁਹਾਡੇ ਨਾਲ ਚਰਚਾ ਕੀਤੀ। ਹੁਣ ਮੈਂ ਸਭ ਤੋਂ ਪਹਿਲਾਂ ਕੁਝ ਸਵਾਲ ਜੋ ਮੈਨੂੰ ਇਸ ਇੰਸਟਾਗ੍ਰਾਮ ਗਰੁੱਪ ਦੇ ਐਡਮਿਨਿਸਟ੍ਰੇਟਰ ਵੱਲੋਂ ਭੇਜੇ ਗਏ ਆ, ਪਹਿਲਾਂ ਉਹਨਾਂ ਸਵਾਲਾਂ ਨੂੰ ਮੈਂ ਲਵਾਂਗਾ। ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ ਆਨਲਾਈਨ ਸਵਾਲ ਹੈ ਕੁਝ ਉਹ ਵੀ ਲੈਣ ਦੀ ਕੋਸ਼ਿਸ਼ ਕਰਾਂਗਾ। ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਉਹ ਮੈਨੂੰ ਪਾਰਥ ਨੇ, ਜੋ BA ਦਾ ਵਿਦਿਆਰਥੀ ਹੈ, ਉਸਨੇ ਭੇਜਿਆ। ਉਹਦੇ ਵਿੱਚ ਉਹਨੇ ਲਿਖਿਆ ਕਿ ਅਸੀਂ ਵਿਦਿਆਰਥੀ ਹੋਣ ਦੇ ਨਾਤੇ ਆਪਣੇ ਆਸ-ਪਾਸ 'ਚ ਜਾਗਰੂਕਤਾ ਕਿਵੇਂ ਫੈਲਾ ਸਕਦੇ ਹੋ। ਪਿਆਰੇ ਵਿਦਿਆਰਥੀਓ, ਤੁਸੀਂ ਇੱਕ ਐਂਬੈਸਡਰ ਹੋ ਔਰ ਇਸ ਐਂਬੈਸਡਰ ਹੋਣ ਦੇ ਨਾਤੇ ਤੁਹਾਡਾ ਫਰਜ਼ ਬਣ ਜਾ ਕਿ ਸਭ ਤੋਂ ਪਹਿਲਾਂ ਕੋਵਿਡ-19 ਦੇ ਬਾਰੇ ਪੂਰੀ ਜਾਣਕਾਰੀ ਲਵੋ। ਬਹੁਤ ਸਾਰੀ ਜਨਤਾ ਸਿਰਫ ਇੱਕ ਇਹਨੂੰ ਭਿਆਨਕ ਮਹਾਮਾਰੀ ਮੰਨ ਰਹੀ ਹੈ। ਇਸ ਤੋਂ ਇਲਾਵਾ ਇਸ ਤੋਂ ਬਚਾਅ ਕਿਵੇਂ ਕਰਨਾ ਹੈ, ਇਹਦਾ ਜਿਹੜਾ ਸਕਾਰਾਤਮਕ ਪੱਖ ਕੀ ਹੋ ਸਕਦਾ ਹੈ, ਇਹਦੇ ਬਾਰੇ ਉਹ ਜਾਣੂ ਨਹੀਂ। ਤੁਸੀਂ ਇੱਕ ਐਂਬੈਸਡਰ ਹੋ, ਤੁਸੀਂ ਜ਼ਰੂਰ, ਤੁਹਾਡੇ ਕੋਲ ਸੋਸ਼ਲ ਮੀਡੀਆ ਵੀ ਹੈ, ਤੁਸੀਂ ਫੇਸਬੁੱਕ ਤੇ ਵੀ ਹੋ, ਇੰਸਟਾਗ੍ਰਾਮ ਤੇ ਵੀ ਹੋ, ਛੋਟੇ ਵੀਡੀਓ ਬਣਾ ਕੇ ਇਸ ਬਿਮਾਰੀ ਤੋਂ ਬਚਾਅ ਦੇ ਸਾਧਨਾਂ ਨੂੰ ਸਰਕੂਲੇਟ ਕਰਨ ਦੀ ਕੋਸ਼ਿਸ਼ ਕਰੋ। ਇਸੇ ਤਰ੍ਹਾਂ ਆਪਣੇ ਆਲੇ ਦੁਆਲੇ ਜਾਗਰੂਕਤਾ ਅਭਿਆਨ ਚਲਾਓ। ਤੁਸੀਂ ਕੁਝ ਸੰਸਥਾਵਾਂ ਨਾਲ ਜੁੜੇ ਹੋ ਸਕਦੇ ਹੋ, ਉਹਨਾਂ ਦੀ ਮਦਦ ਕਰੋ। ਸੋ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਤੁਸੀਂ ਸਾਡੀ ਸੰਸਥਾ ਦੇ ਐਂਬੈਸਡਰ ਹੋ। ਯੂ ਕੈਨ ਪਲੇ ਅ ਵੈਰੀ ਇੰਪੋਰਟੈਂਟ ਰੋਲ। ਦੂਸਰਾ ਜਿਹੜਾ ਵਿਦਿਆਰਥੀ ਇਹ ਹੈ ਕਿ ਵਾਟ ਵਿਲ ਬੀ ਦਾ ਸਿਨੈਰੀਓ ਆਫ ਆਨਲਾਈਨ ਕਲਾਸਿਸ ਪੋਸਟ ਲਾਕਡਾਊਨ। ਬਿਲਕੁਲ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਇਹਦੇ ਬਾਰੇ ਪਹਿਲਾਂ ਹੀ ਆਦੇਸ਼ ਕਰ ਦਿੱਤੇ ਹੈ ਕਿ 75% ਅਸੀਂ ਤੁਹਾਨੂੰ ਆਫਲਾਈਨ ਪੜ੍ਹਾਇਆ ਕਰਾਂਗੇ ਆਉਣ ਵਾਲੇ ਵਿਦਿਅਕ ਸਮੇਂ ਦੇ ਵਿੱਚ, ਔਰ 25% ਆਨਲਾਈਨ ਜਿਹੜੀ ਉਹ ਸਿੱਖਿਆ ਦਿੱਤੀ ਜਾ ਸਕੇਗੀ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਾਲਜਸ ਦੇ ਵਿੱਚ, ਮੈਂ ਵੀ ਆਪਣੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਧਰਮ ਸਿੰਘ ਸੰਧੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਸੀ ਕਿ ਅਸੀਂ ਇੱਕ ਵਰਚੁਅਲ ਪਲੇਟਫਾਰਮ ਆਪਣੇ ਕਾਲਜ ਦਾ ਬਣਾਈਏ, ਜਿਹਦੇ ਵਿੱਚ ਹਰ ਅਧਿਆਪਕ ਜਿਹੜਾ ਹੈ ਉਹ YouTube ਦੇ ਰਾਹੀਂ ਆਪਣੇ ਲੈਕਚਰਸ ਤਿਆਰ ਕਰੇਗਾ, YouTube ਤੇ ਅਪਲੋਡ ਕਰੇਗਾ। ਉਹਦੇ ਲਿੰਕ ਅਸੀਂ ਤੁਹਾਨੂੰ ਕਾਲਜ ਦੀ ਵੈਬਸਾਈਟ ਤੇ ਵੀ ਦੇਵਾਂਗੇ। ਇਸ ਤੋਂ ਇਲਾਵਾ ਉਸ ਵਰਚੁਅਲ ਪਲੇਟਫਾਰਮ ਦੇ ਉੱਤੇ ਬਹੁਤ ਸਾਰੇ ਟੀਚਰਸ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਣੀਆਂ ਕਲਾਸਾਂ ਦੇ ਲੈਕਚਰਸ ਜਿਹੜੇ ਆ ਉਹ ਰਿਕਾਰਡ ਕਰੋ, ਔਰ ਤੁਸੀਂ ਚਾਹੇ ਆਫਲਾਈਨ ਸਾਡੀ ਟੀਚਿੰਗ ਵੀ ਸ਼ੁਰੂ ਹੋ ਜਾਏਗੀ, ਲੇਕਿਨ ਉਹਦੇ ਨਾਲ ਘਰ ਜਾ ਕੇ ਦੁਬਾਰਾ ਉਹਨੂੰ ਸੁਣ ਸਕਦੇ ਹੋ, ਤਾਂ ਕਿ ਵਿਦਿਆਰਥੀ ਜਿਹੜੇ ਉਹ ਆਪਣੇ ਆਪ ਨੂੰ ਅਗੇਨਸ ਜੇ ਕੋਈ ਲੈਕਚਰ ਮਿਸ ਕੀਤਾ ਜਾਂ ਜਿਹੜੀ ਚੀਜ਼ ਕਲਾਸ 'ਚ ਸਮਝ ਨਹੀਂ ਆਈ ਉਹਨੂੰ ਬਾਰ-ਬਾਰ ਸੁਣਨ ਦੇ ਨਾਲ ਅਸੀਂ ਆਪਣੇ ਆਪ ਨੂੰ ਉਹਦੇ ਨਾਲ ਇਕਵਿਪ ਕਰ ਸਕਦੇ ਹਾਂ। ਸੋ ਆਉਣ ਵਾਲਾ ਸਮਾਂ ਬੜਾ ਭਵਿੱਖ ਬਹੁਤ ਸੁਨਹਿਰੀ ਹੈ। ਵਰਚੁਅਲ ਐਜੂਕੇਸ਼ਨ ਦੇ ਬਾਰੇ ਸਰਕਾਰਾਂ ਵੀ ਬਹੁਤ ਵਧੀਆ ਕੰਮ ਕਰਨਗੀਆਂ, ਸਾਡੀਆਂ ਯੂਨੀਵਰਸਿਟੀਆਂ ਵੀ ਮੁਸਤੈਦ ਹੋਈਆਂ ਵੀ ਹੈ, ਸਾਡੇ ਕਾਲਜਸ ਐਂਡ ਸਕੂਲਸ ਵੀ ਇਹਦੇ ਬਾਰੇ ਬਹੁਤ ਮੁਸਤੈਦ ਹੋਏ ਹੋਏ ਆ। ਇੱਕ ਬਹੁਤ ਸੁਨਹਿਰੀ ਸਮਾਂ ਸਾਡੇ ਵਾਸਤੇ ਆਉਣ ਵਾਲਾ। ਇਸੇ ਤਰ੍ਹਾਂ ਇੱਕ ਵਿਦਿਆਰਥੀ ਰਾਹੁਲ ਜਿਹੜਾ ਕਿ BCom ਦਾ ਵਿਦਿਆਰਥੀ, ਉਹਨੇ ਮੈਨੂੰ ਪੁੱਛਿਆ ਕਿ ਸਟ੍ਰੈਟਜੀ ਟੂ ਪ੍ਰਿਪੇਅਰ ਫॉर ਐਗਜ਼ਾਮ ਨੂੰ ਪ੍ਰਿਪੇਅਰ ਕਰਨ ਲਈ ਸਟ੍ਰੈਟਜੀ। ਸੋ ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਪਿਆਰੇ ਬੱਚੇ, ਐਗਜ਼ਾਮੀਨੇਸ਼ਨ ਨੂੰ ਟੈਨਸ਼ਨ ਨਹੀਂ ਲੈਣਾ। एग्जाम होने तो पहला 10 दिन पहला ਤੁਹਾਨੂੰ ਯੂਨੀਵਰਸਿਟੀਆਂ ਇੱਕ ਡੇਟ ਸ਼ੀਟ ਜਾਰੀ ਕਰੇਗੀ। ਸੋ ਆਪਣਾ ਆਰਾਮ ਦੇ ਨਾਲ ਤਿਆਰੀ ਕਰੋ, ਆਪਣੀ ਪਲੈਨਿੰਗ ਕਰੋ, ਜੋ ਤੁਹਾਨੂੰ ਕਲਾਸ 'ਚ ਪੜਾਇਆ ਗਿਆ ਉਹਨੂੰ ਪੂਰੀ ਤਰ੍ਹਾਂ ਫਿਰ ਰੀਕੈਪਚੁਲੇਟ ਕਰੋ, ਔਰ ਜਿਹੜਾ ਨਹੀਂ ਪੜਾਇਆ ਗਿਆ ਸਟੂਡੈਂਟ ਟੀਚਰਸ ਦੇ ਫੋਨ ਨੰਬਰ ਤੁਹਾਡੇ ਕੋਲ ਹੈ, ਸੋਸ਼ਲ ਮੀਡੀਆ ਰਾਹੀਂ ਉਹ ਤੁਹਾਡੇ ਨਾਲ ਕਨੈਕਟਡ ਹੈ। ਮੈਂ ਦੇਖਿਆ ਸਾਡੇ ਅੰਗਰੇਜ਼ੀ ਵਿਭਾਗ, ਸਾਡੇ ਬਾਕੀ ਜਿਹੜੇ ਵਿਭਾਗ ਨੇ ਸਾਰੇ ਹੀ WhatsApp ਗਰੁੱਪਾਂ ਦੇ ਨਾਲ ਜੁੜੇ ਹੋਏ ਆ, ਜ਼ੂਮ ਇਨ ਕਲਾਸਿਸ ਲੈ ਰਹੇ ਆ, ਗੂਗਲ ਗਰੁੱਪ ਦੇ ਰਾਹੀਂ ਉਹ ਜੁੜ ਰਹੇ ਆ। ਸੋ ਉਹਨਾਂ ਕੋਲੋਂ ਆਪਣੀਆਂ ਸਮੱਸਿਆਵਾਂ ਦਾ ਹੱਲ ਲਵੋ। ਆਮ ਦੋਸਤਾਂ ਦੇ ਨਾਲ ਵੀ ਇੰਟਰੈਕਟ ਕਰੋ ਕਿਉਂਕਿ ਉਹ ਵੀ ਬਹੁਤ ਜ਼ਰੂਰੀ ਹੈ, ਲੇਕਿਨ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕਰਦੇ ਰਹੇ ਹੋਏ ਤੁਹਾਡਾ ਵੀ ਫਰਜ਼ ਬਣਦਾ ਕਿ ਅਧਿਆਪਕ ਨਾਲ ਜੁੜੇ ਰਹੋ। ਉਹਨਾਂ ਨੂੰ ਅਗਰ ਕਿਸੇ ਤਰ੍ਹਾਂ ਦਾ ਕੋਈ ਸਵਾਲ ਪੁੱਛਣਾ ਹੈ ਤੁਸੀਂ ਆਰਾਮ ਨਾਲ WhatsApp ਦੇ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਜਾਂ ਟੈਲੀਫੋਨ ਰਾਹੀਂ ਪੁੱਛ ਸਕਦੇ ਹੋ। ਸੋ ਐਗਜ਼ਾਮ ਨੂੰ ਟੈਨਸ਼ਨ ਦੇ ਨਹੀਂ ਲੈਣਾ, ਸਿਰਫ ਆਪਣਾ ਇੱਕ ਟਾਈਮ ਟੇਬਲ ਬਣਾਓ ਔਰ ਟਾਈਮ ਟੇਬਲ ਦੇ ਮੁਤਾਬਕ ਤੁਸੀਂ ਪੜ੍ਹਨਾ ਸ਼ੁਰੂ ਕਰੋ। ਗਗਨਦੀਪ BSc ਦਾ ਵਿਦਿਆਰਥੀ ਹੈ, ਉਹਨੇ ਇਹ ਸਵਾਲ ਕੀਤਾ ਹੈ ਕਿ ਐਡਮਿਸ਼ਨ ਪ੍ਰੋਸੈਸ ਨੈਕਸਟ ਸੈਸ਼ਨ ਦੇ ਵਿੱਚ ਕੀ ਹੋਏਗਾ ਔਰ ਕੰਡਕਟਿੰਗ ਆਫ ਐਂਟਰੈਂਸ ਐਗਜ਼ਾਮ। ਸਰਕਾਰ ਨੇ ਆਪਣਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਆਪਣਾ ਇੱਕ ਐਡਮਿਸ਼ਨ ਜਿਹੜਾ ਗਾਈਡਲਾਈਨਸ ਹੈ ਉਹ ਜਾਰੀ ਕਰ ਦਿੱਤੀਆਂ, ਜਿਹਦੇ ਦੌਰਾਨ 1 ਜੁਲਾਈ ਤੋਂ ਤੁਹਾਡੀਆਂ ਪ੍ਰੀਖਿਆਵਾਂ ਹੋ ਜਾਣਗੀਆਂ। ਜਿਹੜੇ ਸਾਡੇ 4th ਸਮੈਸਟਰ ਦੇ ਵਿਦਿਆਰਥੀ ਹੈ, ਪੋਸਟ ਗ੍ਰੈਜੂਏਸ਼ਨ ਦੇ ਔਰ ਅੰਡਰ ਗ੍ਰੈਜੂਏਟਸ ਦੇ, ਉਹਨਾਂ ਦੀਆਂ ਪ੍ਰੀਖਿਆਵਾਂ ਜਿਹੜੀਆਂ ਨੇ 1 ਜੁਲਾਈ ਤੋਂ ਔਨਵਰਡ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ ਔਰ ਉਸ ਤੋਂ ਬਾਅਦ ਤੁਹਾਡੇ ਨਤੀਜੇ ਨਿਕਲ ਜਾਣਗੇ ਔਰ 1 ਅਗਸਤ ਤੋਂ ਲੈ ਕੇ 31 ਅਗਸਤ ਤੱਕ ਤੁਹਾਡੇ ਦਾਖਲੇ ਸੰਭਵ ਹੋਣਗੇ ਔਰ 1 ਸਤੰਬਰ ਤੋਂ ਤੁਹਾਡਾ ਜਿਹੜਾ ਅਗਲਾ ਸੈਸ਼ਨ ਹੈ ਉਹ ਸ਼ੁਰੂ ਹੋ ਜਾਏਗਾ ਔਰ ਇਹ ਸਾਰੀ ਪ੍ਰਕਿਰਿਆ ਸਾਡੇ ਕਾਲਜ ਵੱਲੋਂ ਤਾਂ ਆਨਲਾਈਨ ਹੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦਮਨ ਜਿਹੜਾ BA ਦਾ ਵਿਦਿਆਰਥੀ, ਉਹ ਕਹਿੰਦਾ ਕਿ
ਕ੍ਰਾਈਟੇਰੀਆ ਆਫ ਪ੍ਰੋਮੋਸ਼ਨ ਫॉर ਇਨ ਹਾਇਰ ਕਲਾਸਿਸ ਹਾਲੇ ਅਜਿਹਾ ਕੋਈ ਨਿਰਣੇ ਨਹੀਂ ਲਿਆ ਗਿਆ ਕਿ ਤੁਹਾਨੂੰ ਬਿਨਾ ਐਗਜ਼ਾਮੀਨੇਸ਼ਨ ਲਿਆ ਅਸੀਂ ਹਾਇਰ ਕਲਾਸਿਸ ਦੇ ਵਿੱਚ ਪ੍ਰਮੋਟ ਕਰ ਦਿਆਂਗੇ। ਤੁਹਾਡੀ ਪ੍ਰੀਖਿਆ ਜ਼ਰੂਰ ਲਈ ਜਾਏਗੀ, ਚਾਹੇ ਉਹ ਆਨਲਾਈਨ ਲਈ ਜਾਵੇ ਚਾਹੇ ਆਫਲਾਈਨ ਲਈ ਜਾਵੇ ਜਾਂ ਐਵੈਲੂਏਸ਼ਨ ਦੇ ਦੂਸਰੇ ਮੈਥਡੋਲੋਜੀ ਅਸੀਂ ਯੂਜ਼ ਕਰੀਏ, ਉਹਦੇ ਰਾਹੀਂ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਜਿਹੜੀ ਪ੍ਰੀਖਿਆ ਹੈ ਉਹ ਹੋ ਸਕੇ। ਇੱਕ ਸਵਾਲ ਬੜਾ ਜਿਹੜਾ ਮਹੱਤਵਪੂਰਨ ਹੈ ਉਹ ਇੱਕ ਵਿਦਿਆਰਥੀ ਨੇ ਭੇਜਿਆ, ਲੇਕਿਨ ਉਹਦਾ ਨਾਮ ਇੱਥੇ ਮੇਰੇ ਕੋਲ ਨਹੀਂ ਆਇਆ। ਉਹਦਾ ਕਹਿਣਾ ਹੈ ਕਿ ਅਗਰ ਹਾਲਾਤ ਵੇਖੇ ਜਾਣ ਤੇ ਅਰਥ ਵਿਵਸਥਾ ਬਿਲਕੁਲ ਠੱਪ ਹੋ ਚੁੱਕੀ ਹੈ, ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਹੈ, ਇਸ ਤੋਂ ਉਭਰਨ ਲਈ ਭਾਰਤ ਨੂੰ ਹੋਰ ਕੀ ਕਦਮ ਚੁੱਕਣੇ ਚਾਹੀਦੇ ਆ, ਉਹ ਇਸ ਤੋਂ ਸਾਡੀ ਭਾਗੀਦਾਰੀ ਸਾਡੀ ਕੀ ਹੋ ਸਕਦੀ ਹੈ। ਦੋਸਤੋ, ਤੁਸੀਂ ਇੱਕ ਰਤਨ ਟਾਟਾ ਜੀ ਦਾ ਬਹੁਤ ਖੂਬਸੂਰਤ ਬਿਆਨ ਸੁਣਿਆ ਹੋਣਾ। ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਸਾਲ 2020 ਹੈ ਜਾਨਾਂ ਬਚਾਉਣ ਦਾ ਸਾਲ ਹੈ, ਲਾਭ ਕਮਾਉਣ ਦਾ ਸਾਲ ਨਹੀਂ ਹੈ। ਬਾਕੀ ਵਿਕਾਸ ਦੇ ਪੈਰਾਮੀਟਰਸ ਕੀ ਹੈ ਕਿ ਅਸੀਂ 6% 7% ਨਾਲ ਇਕਨੋਮੀ ਨੂੰ ਵਧਣਾ ਵਿਕਾਸ ਮੰਨਦੇ ਹਾਂ ਜਾਂ ਵਿਕਾਸ ਇਹ ਮੰਨਦੇ ਹਾਂ ਕਿ ਅਸੀਂ ਖੁਸ਼ ਹਾਂ, ਸਾਡੀਆਂ ਜਾਨਾਂ ਬਚ ਗਈਆਂ, ਅਸੀਂ ਸਿਹਤਯਾਬ ਹਾਂ, ਉਹਨੂੰ ਵਿਕਾਸ ਮੰਨਦੇ ਹਾਂ। ਸੋ ਸਾਨੂੰ ਵਿਕਾਸ ਦੇ ਮਾਇਨੇ ਬਦਲਣੇ ਪੈਣਗੇ। ਬਿਲਕੁਲ ਠੀਕ ਹੈ ਕਿ ਅਰਥ ਵਿਵਸਥਾ ਦੇ ਵਿੱਚ ਦੀ ਜਿਹੜੀ ਕਮੀ ਹੈ ਉਹ ਡੀਰੇਲ ਹੋਈ ਹੈ, ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਰਕਾਰਾਂ ਵੀ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਹੀਆਂ ਕਿ ਇਸ ਇਕਨੋਮੀ ਨੂੰ ਮੁੜ ਕੇ ਰੇਲ ਤੇ ਲਿਆਂਦਾ ਜਾਵੇ। ਹੌਲੀ ਹੌਲੀ ਲੋਕਡਾਊਨ ਖੁੱਲਣੇ ਵੀ ਸ਼ੁਰੂ ਹੋ ਰਹੇ ਹਨ, ਲੋਕਾਂ ਨੂੰ ਰੁਜ਼ਗਾਰ ਜਿਹੜਾ ਉਹ ਮਿਲਣਾ ਵੀ ਸ਼ੁਰੂ ਹੋ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣੇਗੀ। ਹਰ ਬਸ਼ਰ ਦੀ ਜ਼ਿੰਮੇਵਾਰੀ, ਕੇਵਲ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ, ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣੇਗੀ ਕਿ ਅਸੀਂ ਰਲ ਕੇ ਇਸ ਚੀਜ਼ ਦੇ ਉੱਤੇ ਗੌਰ ਕਰੀਏ। ਆਪਣੀ ਇਕਨੋਮੀ 'ਚ ਸਾਨੂੰ ਆਪਣੀਆਂ ਜ਼ਰੂਰਤਾਂ ਜਿਹੜੀਆਂ ਵੇਸਟਫੁਲ ਸਾਡੀਆਂ ਨੀਡਸ ਨੇ ਉਹਨੂੰ ਘਟਾਉਣਾ ਪਵੇਗਾ, ਸਾਨੂੰ ਵੀ ਬੜਾ ਸਿਲੈਕਟਿਵ ਹੋਣਾ ਪਏਗਾ। ਅਸੀਂ ਇਸੇ ਤਰ੍ਹਾਂ ਇਸ ਇਕਨੋਮੀ ਨੂੰ ਫਿਰ ਰੇਲ ਤੇ ਲੈ ਕੇ ਆਵਾਂਗੇ। ਸਰਕਾਰਾਂ ਤੋਂ ਐਕਸਪੈਕਟੇਸ਼ਨਸ ਥੋੜ੍ਹੀਆਂ ਘਟਾਉਣੀਆਂ ਪੈਣਗੀਆਂ, ਸਮਾਜ ਦੇ ਵਿੱਚ ਆਪਣੀ ਮਦਦ ਆਪ ਵੀ ਕਰਨੀ ਪਏਗੀ। ਸੋ ਇਸ ਤਰੀਕੇ ਦੇ ਨਾਲ ਅਸੀਂ ਇਸ ਲਾਕਡਾਊਨ ਦੀ ਸਥਿਤੀ ਦੇ ਵਿੱਚੋਂ ਨਿਕਲ ਆਵਾਂਗੇ। ਕੋਈ ਇਹਦੇ ਵਿੱਚ ਘਬਰਾਉਣ ਦੀ ਜ਼ਰੂਰਤ ਨਹੀਂ ਹੈ। दोस्तों, एक सवाल मैंने आया कि इन फ्यूचर वर्क फ्रॉम होम की भारत में क्या संभावना है। एक सवाल किसी विद्यार्थी ने पूछा। वर्क फ्रॉम होम एक चंगी आदत है। बहुत सारे काम मैं विदेशों के भी देखा, अमेरिका के कैनेडा के यूके के बहुत सारे लोग ईवन नॉर्मल परिस्थितियों के भी वर्क फ्रॉम होम करते हैं। ਉਹਦੇ ਨਾਲ ਸਾਡੀ ਬਚਤ ਵੀ ਹੁੰਦੀ ਹੈ। ਰੋਜ਼ ਤੁਸੀਂ ਆਫਿਸ ਨਹੀਂ ਜਾਣਾ, ਲੇਕਿਨ ਜਿਹੜਾ ਟੈਕਨੋਲੋਜੀ ਦੀ ਵਰਤੋਂ ਕਰਕੇ ਘਰੋਂ ਅਸੀਂ ਕੰਮ ਕਰ ਸਕਦੇ ਹਾਂ, ਇਹਦੀ ਆਦਤ ਪਾਉਣੀ ਪਏਗੀ। ਜਦੋਂ ਆਨਲਾਈਨ ਟੀਚਿੰਗ ਹੋਏਗੀ ਤਾਂ ਅਸੀਂ ਘਰ ਤੋਂ ਹੀ ਤੁਹਾਨੂੰ ਲੈਕਚਰ ਜਿਹੜਾ ਉਹ ਦੇ ਸਕਾਂਗੇ। ਸੋ ਇੱਕ ਚੰਗੀ ਪ੍ਰਥਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀ ਹੈ ਉਹ ਵਧੇਗੀ। ਇਸੇ ਤਰ੍ਹਾਂ ਇੱਕ ਰੋਹਨ BSc ਦਾ ਵਿਦਿਆਰਥੀ ਹੈ ਕਿ ਹਾਊ ਪ੍ਰੈਕਟੀਕਲ ਐਗਜ਼ਾਮ ਗੋਇੰਗ ਟੂ ਬੀ ਹੈਲਡ। ਸੋ ਪ੍ਰੈਕਟੀਕਲ ਐਗਜ਼ਾਮ ਦੇ ਬਾਰੇ ਇੱਕ ਨੀਤੀ ਜਿਹੜੀ ਉਹ ਬਣ ਰਹੀ ਹੈ, ਉਹ ਜਲਦੀ ਤੁਹਾਡੇ ਸਾਹਮਣੇ ਆ ਜਾਏਗੀ ਕਿ ਪ੍ਰੈਕਟੀਕਲ, ਕਿਉਂਕਿ ਤੁਹਾਡੇ ਕਲਾਸਾਂ ਦੇ ਵਿੱਚ ਪ੍ਰੈਕਟੀਕਲ ਹੋ ਵੀ ਚੁੱਕੇ ਹੈ, ਉਹਨਾਂ ਪ੍ਰੈਕਟੀਕਲ ਆਧਾਰ ਦੇ ਉੱਤੇ ਤੁਹਾਡੇ ਅੰਕ ਲੱਗਣੇ ਨੇ ਜਾਂ ਤੁਹਾਡਾ ਵਾਈਵਾ ਕਿਸ ਤਰੀਕੇ ਨਾਲ ਕੰਡਕਟ ਕਰਨਾ। ਯੂਨੀਵਰਸਿਟੀ ਇਹਦੇ ਬਾਰੇ ਜਲਦ ਫੈਸਲਾ ਲਏਗੀ, ਲੇਕਿਨ ਹਾਲੇ ਇਹਦੇ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ। ਇਸੇ ਤਰ੍ਹਾਂ ਇੱਕ ਸੰਜੀਵ BA ਦਾ ਵਿਦਿਆਰਥੀ ਹੈ। ਫਿਊਚਰ ਆਫ ਆਨਲਾਈਨ ਕਲਾਸਿਸ ਇਨ ਦਾ ਕੰਟੈਕਸਟ ਟੂ ਦਾ ਫਿਊਚਰ ਸਟੱਡੀਜ਼। ਮੈਂ ਪਹਿਲਾਂ ਹੀ ਇਹਦਾ ਜਵਾਬ ਦੇ ਚੁੱਕਾ ਹੋਇਆ ਕਿ ਇਸ ਚੀਜ਼ ਦੇ ਨਾਲ ਅਸੀਂ ਇਹ ਫਿਊਚਰ ਇਹਦਾ ਬਹੁਤ ਬ੍ਰਾਈਟ ਹੈ, ਸਾਨੂੰ ਕਰਨਾ ਹੀ ਆਨਲਾਈਨ ਪੈਣਾ। ਸੋ ਇੱਕ ਤਾਨੀਆ MCOM ਦੀ ਵਿਦਿਆਰਥੀ ਹੈ ਕਿ ਵੈਨ ਐਗਜ਼ਾਮ ਵਿਲ ਬੀ ਕੰਡਕਟਡ। ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਐਗਜ਼ਾਮ ਜਿਹੜੇ ਆ ਉਹ ਤੁਹਾਡੇ ਜਲਦ ਹੋਣਗੇ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਇੱਕ ਟਾਈਮ ਟੇਬਲ ਤੁਹਾਡਾ ਜਾਰੀ ਕਰ ਦਿੱਤਾ ਹੈ। ਉਸ ਟਾਈਮ ਟੇਬਲ ਦੇ ਮੁਤਾਬਕ ਯਾਨੀ 1 ਜੁਲਾਈ ਓਨਵਰਡਸ ਤੁਹਾਡੇ ਐਗਜ਼ਾਮ ਕਦੇ ਵੀ ਸ਼ੁਰੂ ਹੋ ਸਕਦੇ ਆ। ਸੋ ਆਪਣੇ ਆਪ ਨੂੰ ਤਿਆਰ ਰੱਖੋ, ਆਪਣੇ ਆਪ ਨੂੰ ਰਿਲੈਕਸ ਰੱਖੋ। ਐਗਜ਼ਾਮ ਸ਼ੁਰੂ ਹੋਣ ਤੋਂ ਪਹਿਲਾਂ 10 ਦਿਨ ਪਹਿਲਾਂ ਘੱਟ ਜਿਹੜਾ ਸਰਕਾਰ ਵੱਲੋਂ ਯੂਨੀਵਰਸਿਟੀ ਵੱਲੋਂ ਤੁਹਾਨੂੰ ਨੋਟੀਫਾਈ ਕੀਤਾ ਜਾਏਗਾ। ਸੋ ਇਸ ਲਈ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਆਪਣੇ ਆਪ ਨੂੰ ਸੁਚੇਤ ਰੱਖੋ, ਆਰਾਮ ਨਾਲ ਰਿਲੈਕਸ ਹੋ ਕੇ ਪੜ੍ਹਾਈ ਕਰੋ, ਆਪਣੇ ਅਧਿਆਪਕਾਂ ਦੇ ਨਾਲ ਜੁੜੇ ਰਹੋ ਤੇ ਬਹੁਤ ਜਲਦੀ ਤੁਸੀਂ ਦੂਸਰੀ ਇੱਕ ਮੈਨੂੰ ਵਿਦਿਆਰਥੀ ਦਾ ਸਵਾਲ ਆ ਰਿਹਾ ਕਿ ਕਾਫੀ ਸਾਰੇ ਏਰੀਆਜ਼ ਜਿਹੜੇ ਉਹ ਰੈੱਡ ਜ਼ੋਨ ਵਿੱਚ ਆ ਗਏ ਨੇ। ਸੋ ਇਹ ਵਰਿੰਦਰ ਵਿਦਿਆਰਥੀ ਹੈ, ਉਹ ਪੁੱਛ ਰਿਹਾ ਕਿ ਕਾਫੀ ਸਾਰੇ ਏਰੀਆਜ਼ ਰੈੱਡ ਜ਼ੋਨ 'ਚ ਹੋ ਗਏ ਨੇ ਤੇ ਹੁਣ ਕੀ ਇਹਨਾਂ ਦੇ ਐਗਜ਼ਾਮ ਹੋਣਗੇ ਜਾਂ ਇੱਥੇ ਕਿਵੇਂ ਹੋਏਗਾ। ਬਿਲਕੁਲ ਸਰਕਾਰਾਂ ਨੇ ਜਾਂ ਯੂਨੀਵਰਸਿਟੀਆਂ ਨੇ ਆਪਣੀਆਂ ਕੋਸ਼ਿਸ਼ਾਂ ਇਹਦੇ ਵਿੱਚ ਜਾਰੀ ਰੱਖਣੀਆਂ ਨੇ ਔਰ ਕੋਸ਼ਿਸ਼ਾਂ ਜਾਰੀ ਰੱਖਦਿਆਂ ਹੋਇਆਂ ਠੀਕ ਹੈ ਤੁਹਾਡੀ ਗੱਲ ਕਿ ਜਿਹੜਾ ਰੈੱਡ ਜ਼ੋਨ ਹੈ ਉੱਥੇ ਸ਼ਾਇਦ ਇਮੀਡੀਏਟਲੀ ਐਗਜ਼ਾਮ ਉੱਥੇ ਡੇਟ ਸ਼ੀਟ ਪੋਸਟਪੋਨ ਵੀ ਕਰਨੀ ਪੈ ਸਕਦੀ ਹੈ। ਔਰ ਯੂਨੀਵਰਸਿਟੀਆਂ ਨੂੰ ਵੀ ਚਾਹੀਦਾ ਕਿ ਆਪਣੇ ਪੱਧਰ ਦੇ ਉੱਤੇ ਮਲਟੀਪਲ ਸੈਟਸ ਆਫ ਐਗਜ਼ਾਮੀਨੇਸ਼ਨ
ਬਣਾ ਕੇ ਰੱਖਣ ਤਾਂ ਕਿ ਸਮਾਂ ਆਉਣ ਦੇ ਉੱਤੇ ਅਸੀਂ ਇਹਨਾਂ ਚੀਜ਼ਾਂ ਨੂੰ ਕਰ ਸਕੀਏ। ਔਰ ਜਿੱਥੇ ਐਗਜ਼ਾਮ ਅਗਰ ਰੈੱਡ ਜ਼ੋਨ ਦੇ ਵਿੱਚ ਨਹੀਂ ਸੰਭਵ, ਉੱਥੇ ਸੋਸ਼ਲ ਡਿਸਟੈਂਸਿੰਗ ਦੀ ਜ਼ਿਆਦਾ ਜ਼ਰੂਰਤ ਹੈ, ਤੇ ਉੱਥੇ ਐਗਜ਼ਾਮ ਪੋਸਟਪੋਨ ਵੀ ਕੀਤਾ ਜਾ ਸਕਦਾ, ਲੇਕਿਨ ਬਾਕੀ ਵਿਦਿਆਰਥੀਆਂ ਦੇ ਐਗਜ਼ਾਮ ਕਰਵਾ ਲਏ ਜਾਣ। ਸੋ ਬਾਰ-ਬਾਰ ਐਗਜ਼ਾਮੀਨੇਸ਼ਨ ਰੀਸ਼ਡਿਊਲ ਵੀ ਕਰਨੇ ਪੈ ਸਕਦੇ ਆ। ਇਸ ਪ੍ਰਵਿਰਤੀ ਦੇ ਵਿੱਚੋਂ ਸਭ ਨੇ ਸਾਥ ਦੇ ਕੇ ਨਿਕਲਣਾ ਹੈ ਔਰ ਅਸੀਂ ਸਾਰੇ ਹੀ, ਚਾਹੇ ਵਿਦਿਆਰਥੀ ਹੈ ਚਾਹੇ ਅਧਿਆਪਕ ਹੈ, ਇਸ ਸਾਰੀ ਸਥਿਤੀ ਦੇ ਵਾਸਤੇ ਤਿਆਰ ਨੇ। ਔਰ ਇੱਕ ਮੈਨੂੰ ਸਵਾਲ ਆ ਰਿਹਾ ਕਿ ਸਮਰ ਇੰਟਰਨਸ਼ਿਪ ਕਿਵੇਂ ਹੋਏਗੀ ਸਰ। ਸੋ ਸਮਰ ਇੰਟਰਨਸ਼ਿਪ ਬਾਰੇ ਵੀ ਯੂਨੀਵਰਸਿਟੀ ਨੇ ਇੱਕ ਪਲਾਨ ਬਣਾਇਆ। ਉਸ ਪਲਾਨ ਦੇ ਮੁਤਾਬਕ ਕੀ ਹੈ ਕਿ ਅਸੀਂ ਉਸ ਸਮਰ ਇੰਟਰਨਸ਼ਿਪ ਵਾਸਤੇ ਤੁਹਾਨੂੰ ਟਾਈਮ ਦੇਾਂਗੇ। ਤੁਸੀਂ ਐਗਜ਼ਾਮੀਨੇਸ਼ਨਸ ਤੋਂ ਪਹਿਲਾਂ ਹੀ, ਕਿਉਂਕਿ ਜਿਵੇਂ ਹੁਣੇ 15 ਮਈ ਤੋਂ 15 ਜੂਨ ਤੱਕ ਦੀ ਗੱਲ ਆ ਰਹੀ ਹੈ ਕਿ ਕਾਲਜਸ ਦੇ ਵਿੱਚ ਸ਼ਾਇਦ ਛੁੱਟੀਆਂ ਹੋ ਜਾਣਗੀਆਂ। ਸਮਰ ਇੰਟਰਨਸ਼ਿਪ ਦਾ ਅਸੀਂ ਤੁਹਾਨੂੰ ਇੱਕ ਡਿਟੇਲਡ ਪ੍ਰੋਗਰਾਮ ਜਿਹੜਾ ਉਹ ਦਵਾਂਗੇ ਐਮਕਾਮ ਦੇ ਵਿਦਿਆਰਥੀਆਂ ਲਈ, ਐਮਕਾਮ ਬਿਜ਼ਨਸ ਇਨੋਵੇਸ਼ਨਸ ਦੇ ਵਿਦਿਆਰਥੀਆਂ ਦੇ ਲਈ। ਔਰ ਕੋਸ਼ਿਸ਼ ਕਰਾਂਗੇ ਤੁਹਾਡੀ ਆਨਲਾਈਨ ਸਮਰ ਟ੍ਰੇਨਿੰਗ ਵੀ ਕੀਤੀ ਜਾ ਸਕੇ। ਔਰ ਮੈਂ ਵੀ ਇੱਕ ਪਲਾਨ ਬਣਾ ਰਿਹਾ, ਮੈਂ ਆਪਣੇ ਸਾਰੇ ਵਿਦਿਆਰਥੀਆਂ ਨੂੰ ਭੇਜੂੰਗਾ ਔਰ ਇੱਕ ਵੀਡੀਓ ਵੀ ਉਹਨਾਂ ਨੂੰ ਭੇਜੂੰਗਾ ਕਿ ਸਮਰ ਇੰਟਰਨਸ਼ਿਪ ਆਨਲਾਈਨ ਅਸੀਂ ਕਿਵੇਂ ਕਰਨੀ ਹੈ। ਬਹੁਤ ਸਾਰੀਆਂ ਸੰਸਥਾਵਾਂ ਵੀ ਸਮਰ ਟ੍ਰੇਨਿੰਗ ਜਿਹੜੀਆਂ ਪ੍ਰੋਵਾਈਡ ਕਰਦੀਆਂ ਆਨਲਾਈਨ, ਉਹਦੇ ਬਾਰੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਐਕਸਪਲੋਰ ਕਰਕੇ ਉਹਨਾਂ ਸੰਸਥਾਵਾਂ ਦੇ ਨਾਮ ਵੀ ਦੇਵਾਂਗੇ। ਲੇਕਿਨ ਮੈਂ ਆਪਣੇ ਆਪ ਹੀ ਕੋਸ਼ਿਸ਼ ਕਰ ਰਿਹਾ ਕਿ ਜਿਵੇਂ ਮੇਰੀ ਕਲਾਸ ਦੇ ਵਿੱਚ ਅਗਰ 40 ਵਿਦਿਆਰਥੀ ਹੈ ਤੇ 40 ਪ੍ਰੋਜੈਕਟ ਉਹ ਆਨਲਾਈਨ ਕਿਵੇਂ ਕਰ ਸਕਦੇ ਆ, ਹਰ ਵਿਦਿਆਰਥੀ ਨੂੰ ਮੈਂ ਨੋਟੀਫਾਈ ਕਰੂੰਗਾ ਉਹ ਸਮਰ ट्रेनिंग ਉਹਦੇ ਮੁਤਾਬਕ करने हैं। सो आपने क्वेश्चन पूछ लो सारे। एक कोई विद्यार्थी लिख रहा है कि सर अपने क्वेश्चन पूछ लो सारे। हाँ, अगर कोई सवाल पूछना चाहता है तो कृपा करके वो मैनू ऑनलाइन होने की रिक्वेस्ट कर सकता है। मैं आई विल अलाउ यू सो दैट ਤੁਸੀਂ ਉਹ ਸਵਾਲ ਜਿਹੜਾ ਪੁੱਛ ਚੁੱਕੇ ਹੋ ਕਿ ਸਰ ਐਗਜ਼ਾਮ ਪੈਟਰਨ ਵਿਲ ਬੀ ਸੇਮ ਔਰ ਚੇਂਜ। ਹਾਂ, ਯੂਨੀਵਰਸਿਟੀ ਇਹਦੇ ਤੇ ਸੋਚ ਰਹੀ ਹੈ ਕਿ ਐਗਜ਼ਾਮ ਪੈਟਰਨ ਜਿਹੜਾ ਜਿਵੇਂ 3 ਘੰਟੇ ਦਾ ਤੁਹਾਡਾ ਐਗਜ਼ਾਮ ਹੈ ਉਹਨੂੰ 2 ਘੰਟੇ ਦੇ ਵਿੱਚ ਕਨਵਰਟ ਕਰ ਦਿੱਤਾ ਜਾਏ, ਤੁਹਾਨੂੰ ਫੁੱਲ ਚੁਆਇਸ ਦੇ ਦਿੱਤੀ ਜਾਵੇ। ਜਿਵੇਂ ਅੱਗੇ ਯੂਨਿਟ ਬਣੇ ਹੁੰਦੇ ਸੀ ਕਿ 4 ਯੂਨਿਟ ਹੈ, ਹਰ ਯੂਨਿਟ ਦੇ ਵਿੱਚੋਂ ਤੁਸੀਂ ਇੱਕ ਸਵਾਲ ਕਰਨਾ ਹੈ, ਲੇਕਿਨ ਹੁਣ 8 ਯੂਨਿਟਸ ਦੇ ਵਿੱਚੋਂ ਤੁਸੀਂ ਕੋਈ ਜਿਹੜੇ ਉਹ 5 ਸਵਾਲ ਕਰ ਸਕਦੇ ਹੋ। ਇਹਦੇ ਬਾਰੇ ਵੀ ਵਿਚਾਰ ਹੋ ਰਿਹਾ ਔਰ ਇਹ ਜਲਦ ਤੁਹਾਡੇ ਸਾਹਮਣੇ ਯੂਨੀਵਰਸਿਟੀ ਵੱਲੋਂ ਇੱਕ ਡਿਟੇਲਡ ਪਾਲਿਸੀ ਜਿਹੜੀ ਹੈ ਉਹ ਲਿਆਂਦੀ ਜਾਏਗੀ। Sir, how exam will be conducted when we have to make sure social distancing exam ਬੱਚੇ ਹੋਣਗੇ, ਚਾਹੇ ਅਸੀਂ ਆਨਲਾਈਨ ਐਗਜ਼ਾਮੀਨੇਸ਼ਨ ਲਈਏ ਚਾਹੇ ਐਗਜ਼ਾਮੀਨੇਸ਼ਨ ਨੂੰ ਸੋਸ਼ਲ ਡਿਸਟੈਂਸਿੰਗ ਰਾਹੀਂ। ਬਹੁਤ ਸਾਰੇ ਮਾਡਲਸ ਦੇ ਉੱਤੇ ਯੂਨੀਵਰਸਿਟੀਜ਼ ਵਰਕ ਕਰ ਰਹੀਆਂ। ਜਦੋਂ ਡੇਟ ਸ਼ੀਟ ਬਣੇਗੀ ਅਸੀਂ ਤੁਹਾਨੂੰ ਇਨਸ਼ੋਰ ਕਰਾਂਗੇ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕਰਦਿਆਂ ਹੋਇਆਂ, ਚਾਹੇ ਇੱਕ 60 ਬੱਚਿਆਂ ਦੀ ਕਲਾਸ ਦੇ ਵਿੱਚੋਂ 10-10 ਬੱਚੇ ਇੱਕ ਕਲਾਸਰੂਮ ਦੇ ਵਿੱਚ ਬਿਠਾ ਕੇ ਐਗਜ਼ਾਮੀਨੇਸ਼ਨ ਲਏ ਜਾਣਗੇ ਜਾਂ ਐਗਜ਼ਾਮੀਨੇਸ਼ਨ ਦਾ ਪੈਟਰਨ ਕੀ ਹੋਏਗਾ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਹੀ ਤੁਹਾਡੇ ਐਗਜ਼ਾਮ ਜਿਹੜੇ ਉਹ ਲਏ ਜਾਣਗੇ। ਸਰ ਐਗਜ਼ਾਮ ਪੈਟਰਨ ਵਿਲ ਬੀ ਸੇਮ, ਔਰ ਮੈਂ ਪਹਿਲਾਂ ਇਹਦਾ ਜਵਾਬ ਦੇ ਚੁੱਕਾ। ਇਸੇ ਤਰ੍ਹਾਂ ਸੈਕੰਡ ਈਅਰ ਵਾਲਿਆਂ ਨੂੰ ਦੇ ਐਗਜ਼ਾਮ ਹੋਣਗੇ, ਇਹਦੇ ਬਾਰੇ ਯੂਨੀਵਰਸਿਟੀ ਸੋਚ ਰਹੀ ਹੈ ਕਿ ਸ਼ਾਇਦ ਅਗਲੇ ਸਮੈਸਟਰ ਦੇ ਨਾਲ ਤੁਹਾਡੇ ਐਗਜ਼ਾਮ ਜਿਹੜੇ ਉਹ ਕਲੱਬ ਕਰ ਦਿੱਤੇ ਜਾਣ, ਲੇਕਿਨ ਅੰਤਮ ਫੈਸਲਾ ਹਾਲੇ ਨਹੀਂ ਹੋਇਆ। ਸੋ ਐਗਜ਼ਾਮ ਜਿਹੜਾ ਸਿਲੇਬਸ ਦੇ ਬਾਰੇ ਪੁੱਛਿਆ ਗਿਆ ਕਿ ਐਗਜ਼ਾਮੀਨੇਸ਼ਨ ਦਾ ਜਿਹੜਾ ਸਿਲੇਬਸ ਹੈ ਕਿ ਉਹ ਸਿਲੇਬਸ ਜਿਹੜਾ ਉਹ ਸੇਮ ਹੀ ਰਹੇਗਾ। ਸਿਲੇਬਸ ਬੱਚੇ ਸੇਮ ਹੀ ਰਹੇਗਾ, ਲੇਕਿਨ ਉਹਦੀ ਚੁਆਇਸ ਤੁਹਾਨੂੰ ਜਿਹੜੀ ਉਹ ਦਿੱਤੀ ਜਾਏਗੀ, ਸਮਾਂ ਜਿਹੜਾ ਉਹ ਘਟਾ ਦਿੱਤਾ ਜਾਏਗਾ। ਸਰ ਤੁਸੀਂ ਕਿੰਨਾ ਕੀ एग्जाम होंगे, सारे समैसटर के एग्जाम होंगे तो सिर्फ फाइनल? हाँ बिल्कुल, हाल की घड़ी ਜਿਹੜੇ फाइनल ਸਮੈਸਟਰਸ ਦੇ ਜਿਹੜੇ ਐਗਜ਼ਾਮੀਨੇਸ਼ਨ ਹੈ, ਜਿਨ੍ਹਾਂ ਨੇ ਕੋਰਸ ਪਾਸ ਕਰਕੇ ਬਾਹਰ ਜਾਣਾ, ਜਿਵੇਂ BA BCom BSc ਦਾ 6ਵਾਂ ਸਮੈਸਟਰ ਹੈ, ਉਹਨਾਂ ਦੇ ਐਗਜ਼ਾਮੀਨੇਸ਼ਨ ਪਹਿਲਾਂ ਕਰਵਾਏ ਜਾਣਗੇ। ਬਾਕੀਆਂ ਦੇ ਐਗਜ਼ਾਮੀਨੇਸ਼ਨ ਜਿਹੜੇ ਉਹ ਬਾਅਦ ਦੇ ਵਿੱਚ ਇੱਕ ਡਿਟੇਲਡ ਗਾਈਡਲਾਈਨ ਦੇ ਕੇ ਤੁਹਾਡੇ ਕਰਵਾਏ ਜਾਣਗੇ। ਸਰ 4 ਸਮੈਸਟਰ ਦੇ ਐਗਜ਼ਾਮ ਹੋਣਗੇ ਜਾਂ ਨਹੀਂ? ਮੈਂ ਅਗਰ PG ਦੀ ਕਲਾਸ ਹੈ ਤਾਂ ਜ਼ਰੂਰ ਉਹਦੇ ਹੋਣਗੇ, ਲੇਕਿਨ ਜਿਹੜੇ ਬਾਕੀ ਅੰਡਰ ਗ੍ਰੈਜੂਏਟ ਕਲਾਸਿਸ ਹੈ ਉਹਦੇ ਬਾਰੇ ਹਾਲੇ ਗਾਈਡਲਾਈਨ ਜਿਹੜੀਆਂ ਉਹ ਆਉਣੀਆਂ ਬਾਕੀ ਨੇ। ਸੋ ਆਲਮੋਸਟ ਮੈਂ ਤਕਰੀਬਨ ਸਾਰੇ ਹੀ ਸਵਾਲਾਂ ਦੇ ਜਵਾਬ ਦੇ ਚੁੱਕਿਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਓਂਕਾਰ ਨਾਗਪਾਲ ਦਾ ਬਹੁਤ ਧੰਨਵਾਦ ਕਰਦਾ ਕਿ ਜਿਨੇ ਇਹ ਸਾਰਾ ਜਿਹੜਾ ਸੈਟਅਪ ਹੈ ਉਹ ਤਿਆਰ ਕੀਤਾ ਹੈ ਵਿਦਿਆਰਥੀਆਂ ਦੇ ਨਾਲ ਜੁੜਨ ਦਾ। ਇੱਕ ਸਵਾਲ ਮੈਨੂੰ ਹੋਰ ਆਇਆ ਕਿ ਸਰ 15 ਜੂਨ ਤੋਂ ਬਾਅਦ ਹੋਣਗੇ। ਮੈਂ ਪਹਿਲਾਂ ਹੀ ਕਹਿ ਚੁੱਕਾ ਸ਼ਾਇਦ ਇਹ ਵਿਦਿਆਰਥੀ ਲੇਟ ਜੁੜਿਆ ਹੋਏਗਾ ਕਿ ਇਹ ਐਗਜ਼ਾਮੀਨੇਸ਼ਨ 1 ਜੁਲਾਈ ਹੋਣਵਰਡ ਹੋਣਗੇ। ਪਹਿਲਾਂ ਐਗਜ਼ਾਮੀਨੇਸ਼ਨ ਜਿਹੜੇ ਆ ਉਹ ਕਾਲਜਸ ਦੇ ਵਿੱਚ ਨਹੀਂ ਹੋਣਗੇ, ਸੋ ਬਾਅਦ ਵਿੱਚ ਹੀ ਹੋਣਗੇ। ਸੋ ਕੁਝ ਸਟੂਡੈਂਟ ਸਰ ਦੂਸਰੀ ਸਟੇਟਸ ਤੋਂ ਹਨ। ਯੈਸ ਬਿਲਕੁਲ, ਬਹੁਤ ਵਧੀਆ ਸਵਾਲ ਕੀਤਾ ਹੈ ਇਸ ਵਿਦਿਆਰਥੀ ਨੇ ਕਿ ਹੁਣ ਲਾਕਡਾਊਨ ਦੀ ਸਥਿਤੀ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਕੋਈ ਬਿਹਾਰ ਤੋਂ ਹੈ, ਕੋਈ ਦੂਸਰੇ ਰਾਜਾਂ ਤੋਂ ਹੈ।
ਇਹਦੇ ਬਾਰੇ ਵੀ ਮੈਂ ਬਹੁਤ ਵਧੀਆ ਮੈਨੂੰ ਇਸ਼ੂ ਇਹ ਧਿਆਨ ਵਿੱਚ ਲਿਆਂਦਾ, ਮੈਂ ਯੂਨੀਵਰਸਿਟੀ ਦੇ ਵਿੱਚ ਧਿਆਨ ਵਿੱਚ ਲਿਆਵਾਂਗਾ ਕਿ ਸਾਨੂੰ ਇਹ ਪਤਾ ਕਰਨਾ ਪਏਗਾ ਕਿ ਜਿਹੜੇ ਸਾਡੇ ਵਿਦਿਆਰਥੀ ਪੰਜਾਬ ਛੱਡ ਕੇ ਬਿਹਾਰ, ਯੂਪੀ, ਉੱਤਰਾਖੰਡ ਚਲੇ ਗਏ ਨੇ, ਜਾਂ ਜਿਨ੍ਹਾਂ ਨੇ ਆਨਲਾਈਨ ਭਰ ਦਿੱਤਾ ਵੀ ਅਸੀਂ ਘਰਾਂ ਨੂੰ ਜਾਣਾ ਹੈ, ਕਿਉਂਕਿ ਉਹਨਾਂ ਦਾ ਇੱਥੇ ਘਰ ਨਹੀਂ, ਉਹਨਾਂ ਦਾ ਰੁਜ਼ਗਾਰ ਖਤਮ ਹੋ ਗਿਆ, ਜੇ ਉਹ ਜਾਣਾ ਚਾਹੁੰਦੇ ਨੇ ਜਾਂ ਚਲੇ ਗਏ ਨੇ ਤੇ ਉਹ ਐਗਜ਼ਾਮ ਕਿਵੇਂ ਦੇਣ। ਸੋ ਇਹਦੇ ਲਈ ਯੂਨੀਵਰਸਿਟੀਆਂ ਨੂੰ ਵੀ ਇੱਕ ਵਿਆਪਕ ਨੀਤੀ ਜਿਹੜੀ ਉਹ ਤਿਆਰ ਕਰਨੀ ਪਏਗੀ। ਸੋ ਮੈਂ ਬਹੁਤ ਧੰਨਵਾਦੀ ਹਾਂ ਇਸ ਵਿਦਿਆਰਥੀ ਦਾ ਕਿ ਇਸ ਵਿਦਿਆਰਥੀ ਨੇ ਸਵਾਲ ਉਠਾਇਆ, ਔਰ ਇਸ ਸਵਾਲ ਨੂੰ ਮੈਂ ਅੱਗੇ ਵੀ ਯੂਨੀਵਰਸਿਟੀ ਤੱਕ ਲੈ ਕੇ ਜਾਵਾਂਗਾ। ਸੋ ਬਹੁਤ ਬਹੁਤ ਧੰਨਵਾਦ ਓਮਕਾਰ ਜੀ ਦਾ, ਔਰ ਇਸ SCD ਦਿਲ ਸੇ ਦੇ ਗਰੁੱਪ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਵਿਦਿਆਰਥੀਆਂ ਦੇ ਨਾਲ, ਆਪਣੇ ਅਧਿਆਪਕਾਂ ਦੇ ਨਾਲ ਤੇ ਆਪਣੇ ਪੁਰਾਣੇ ਵਿਦਿਆਰਥੀਆਂ ਦੇ ਨਾਲ ਜੁੜਨ ਦਾ ਮੌਕਾ ਦਿੱਤਾ। ਪਿਆਰੇ ਵਿਦਿਆਰਥੀਓ, ਆਓ ਰਲ ਕੇ ਇਸ COVID-19 ਦੀ ਸਥਿਤੀ ਦੇ ਵਿੱਚੋਂ ਨਿਕਲੀਏ, ਅਸੀਂ ਸਾਰੇ ਆਪਸ ਦੇ ਵਿੱਚ ਜੁੜੀਏ, ਅਸੀਂ ਇੱਕ ਰੈਵੋਲੂਸ਼ਨ ਪੈਦਾ ਕਰ ਸਕਦੇ ਹਾਂ, ਔਰ ਜਿਸ ਦਿਨ ਅਸੀਂ ਇਸ COVID-19 ਦੀ ਸਥਿਤੀ ਚੋਂ ਨਿਕਲਾਂਗੇ, ਅਸੀਂ ਇੱਕ ਬਹੁਤ ਵਧੀਆ ਇਨਸਾਨ, ਇੱਕ ਐਡਵਾਂਸ ਲਰਨਰ ਬਣ ਕੇ ਨਿਕਲਾਂਗੇ। ਔਰ ਇਸ ਸਾਰੇ ਦੇ ਨਾਲ ਮੈਂ ਆਸ ਕਰਦਾ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਸੇਫ ਰੱਖੋ, ਬਾਹਰ ਨਿਕਲੋ, ਮਾਸਕ ਪਹਿਨ ਕੇ ਨਿਕਲੋ, ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕਰਕੇ ਰੱਖੋ, ਜ਼ਿੰਦਗੀ ਨੂੰ ਜਿਉਣ ਦਾ ਇੱਕ ਨਵਾਂ ਅੰਦਾਜ਼ ਲੈ ਕੇ ਨਿਕਲੋ। ਮੈਂ ਇੱਕ ਛੋਟੀ ਜੀ ਜਾਂਦੇ ਜਾਂਦਿਆਂ ਕਵਿਤਾ ਤੁਹਾਨੂੰ ਹੋਰ ਸੁਣਾ ਦਿੰਦਾ, ਜੋ ਆਪਣੀ ਹੋਂਦ ਬਾਰੇ ਮੈਂ ਲਿਖੀ ਸੀ, ਤਾਂ ਕਿ ਥੋੜਾ ਜਿਹਾ ਤੁਹਾਡਾ ਮਨੋਰੰਜਨ ਵੀ ਹੋ ਜਾਏ। ਇਹ ਕਵਿਤਾ ਹੈ ਮੈਂ ਤੇ ਮੇਰੀ ਹੋਂਦ। ਮੈਂ ਜਾਣਦਾ ਹਾਂ ਮੇਰੀ ਹੋਂਦ ਤਪਦੀ ਰੇਤ ਤੇ ਕਾਣੇ ਮੀਂਹ ਦੇ ਡਿੱਗੇ ਪਾਣੀ ਦੇ ਤੁਪਕੇ ਵਾਂਗ ਹੈ, ਪਰ ਫਿਰ ਵੀ ਮੈਂ ਰੇਤ ਦੀ ਤਪਸ਼ ਨੂੰ ਨਕਾਰਨ ਦਾ ਭਰਮ ਰੱਖਿਆ ਹੋਇਆ ਹੈ। ਇਹ ਮੇਰਾ ਭਰਮ ਹੀ ਹੈ ਜੋ ਸੜਦੀ ਧੁੱਪੇ ਵੀ ਮੇਰੇ ਪੈਰਾਂ ਦੇ ਛਾਲਿਆਂ ਦੀ ਟੀਸ ਮੇਰੇ ਦਿਮਾਗ ਦੇ ਉਸ ਕੋਨੇ ਤੱਕ ਪਹੁੰਚ ਨਹੀਂ ਦਿੰਦਾ ਜਿੱਥੇ ਅਹਿਸਾਸ ਦਰਦ ਦਾ ਰੂਪ ਧਾਰਨ ਕਰਦੇ ਨੇ, ਤੇ ਮੈਂ ਮੇਰੀ ਹੋਂਦ ਦਾ ਅਕਸ ਜਿਉਂਦਾ ਰੱਖਿਆ ਹੋਇਆ ਹੈ। ਮੈਂ ਮੀਲਾਂ ਚੱਲਦਿਆਂ ਇਹ ਜਾਣਨ ਦੀ ਕਦੇ ਕੋਸ਼ਿਸ਼ ਹੀ ਨਹੀਂ ਕਰਦਾ ਕਿ ਮੇਰਾ ਹਮਸਫਰ ਕੌਣ ਹੈ, ਕਿਉਂਕਿ ਅਜਿਹੀ ਕੋਸ਼ਿਸ਼ ਮੈਨੂੰ ਪਿੱਛੇ ਮੁੜਨ ਲਈ ਮਜਬੂਰ ਕਰਦੀ ਹੈ ਤੇ ਮੈਂ ਆਪਣੀ ਧੁਨ ਵਿੱਚ ਹਾਂ। ਆਪਣੇ ਆਪ ਨੂੰ ਹਮਸਫਰ ਬਣਾਈ, ਆਪਣੀ ਹੋਂਦ ਦੀ ਲੋਹ ਨੂੰ ਜਲਾਈ ਰੱਖਿਆ ਹੋਇਆ ਹੈ। ਜਿਸ ਦਿਨ ਮੇਰੀ ਹੋਂਦ ਦੇ ਪ੍ਰਤੀ ਇਹ ਭਰਮ ਟੁੱਟ ਗਿਆ, ਉਸ ਦਿਨ ਅਹਿਸਾਸ ਦਰਦ ਦਾ ਰੂਪ ਧਾਰਨ ਕਰ ਜਾਣਗੇ ਤੇ ਅਜਿਹਾ ਮੈਂ ਹੋਣ ਨਹੀਂ ਦੇਣਾ। ਤੇ ਦੋਸਤੋ, ਜਿਉਣ ਦਾ ਜਜ਼ਬਾ ਆਪਣੇ ਅੰਦਰ ਕਾਇਮ ਰੱਖਣਾ ਹੈ, ਕਦੇ ਵੀ ਆਪਣੇ ਜਜ਼ਬੇ ਨੂੰ ਸਮਾਪਤ ਨਹੀਂ ਕਰਨਾ, ਭਰਮ ਪਾਲ ਕੇ ਰੱਖਣਾ ਹੈ ਕਿ ਮੇਰੀ ਇਸ ਧਰਤ ਤੇ ਹੋਂਦ ਹੈ, ਲੇਕਿਨ ਮੇਰੀ ਇਸ ਧਰਤ ਤੇ ਹੋਂਦ ਇਸ ਕੁਦਰਤ ਦੇ, ਇਸ ਕਾਇਨਾਤ ਦੇ ਬਾਕੀ ਬਸ਼ਰਾਂ ਦੇ ਵਾਂਗ ਵੀ ਹੈ। ਅਸੀਂ ਉਹਨਾਂ ਦਾ ਵੀ ਖਿਆਲ ਰੱਖਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਅਸੀਂ ਇੱਕ ਨਵੀਂ ਉਡਾਨ ਦੇ ਵਿੱਚ ਵਧਾਂਗੇ। ਹਾਲੇ ਤਾਂ ਨਾਪੀ ਹੈ 1 ਗਜ਼ ਜ਼ਮੀਨ, ਹਾਲੇ ਤਾਂ ਅਸਮਾਨ ਬਾਕੀ ਹੈ। ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਮਿਲਦੇ ਰਹਾਂਗੇ, ਜਿਉਂਦੇ ਵਸਦੇ ਰਹੋ। ਬਹੁਤ ਬਹੁਤ ਸ਼ੁਕਰੀਆ ਓਮਕਾਰ ਨਾਗਪਾਲ ਤੇ ਦਿਲ ਸੇ SCD ਦੇ ਸਾਰੇ ਵਿਦਿਆਰਥੀਆਂ ਤੇ ਫਾਲੋਅਰਸ ਨੂੰ। ਧੰਨਵਾਦ।